जो हम बांधे मोह फास, हम प्रेम बदन तुम बाधे। अपने छूटन को जतन करहो, हम छूटे तुम आराधे। जो हम बांधे मोह फास, हम प्रेम बदन तुम बाधे। अपने छूटन को जतन करहो, हम छूटे तुम आराधे। माधवी जानत हो जैसी तैसी, अब कहाँ करोगे ऐसी। रहाओ मीन पकड़ फांक्यो अर काट्यो, रांद कियो बहु बानी। खंड खंड कर पूजन कीनो, तऊ न बिसरियो पानी। आपन बापा नाहि किसी को, पावन को हर राजा। मोह पटल सब जगत व्याप्यो, भगत नहीं संतापा। कहे रविदास भगत एक बाडी, अब एह कास्यो कहिया। जा कारण हम तुम्हें आराधे, सो दुख अजहु सहिया। कहे रविदास भगत एक बाडी, अब एह कास्यो कहिया। जा कारण हम तुम्हें आराधे, सो दुख अजहु सहिया। वाहिगुरु जी का खालसा, वाहिगुरु जी की फतेह। सर्व कला समर्थ सर्व सुखां दे दाते सतगुरु, चवर छत्र तखत दे मालक, बाणी दे बोहित अते ब्रह्म ज्ञान दे सागर, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੋ ਪਵਿੱਤਰ ਮੁਖ ਵਾਕ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅਤੇ ਘਰਾਂ 'ਚ ਜੁੜ ਬੈਠੇ ਸਮੂਹ ਮਾਈ ਭਾਈ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੱਜ ਦਾ ਜੋ ਪਵਿੱਤਰ ਮੁਖ ਵਾਕ ਪ੍ਰਾਪਤ ਹੋਇਆ ਹੈ ਉਹ ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਆਪਣੇ ਮੁਲਕ ਦੇ ਅੰਦਰ ਜਦੋਂ ਇੱਥੋਂ ਦੇ ਹੁਕਮਰਾਨ ਗੈਰ ਜ਼ਿੰਮੇਵਾਰ ਬਣ ਗਏ, ਆਪਣੇ ਮੂਲਕ ਫਰਜ਼ਾਂ ਤੋਂ ਅਵੇਸਲੇ ਹੋ ਗਏ, ਪ੍ਰਜਾ ਨੂੰ ਲੁੱਟਣਾ ਕੁੱਟਣਾ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲਿਆ, ਅਤੇ ਇੱਥੋਂ ਦੇ ਧਾਰਮਿਕ ਲੋਕ ਜਿਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ 'ਚ ਰੱਖ ਕੇ ਕੇਵਲ ਧਰਮ ਦੇ ਨਾਂ 'ਤੇ ਡਿਵਾਈਡ ਐਂਡ ਰੂਲ, ਜਾਤ ਪਾਤ ਦੇ ਨਾਂ 'ਤੇ ਊਚ ਨੀਚ ਦੇ ਨਾਂ 'ਤੇ ਵੰਡ ਵਰਤ ਕੇ ਅਗਿਆਨਤਾ 'ਚ ਰੱਖਣਾ ਸ਼ੁਰੂ ਕੀਤਾ, ਉਦੋਂ ਆਪਣੇ ਮੁਲਕ 'ਤੇ ਬਾਹਰੀ ਹਮਲਾਵਰ ਹੋਣੇ ਸ਼ੁਰੂ ਹੋ ਗਏ।
ਬਾਹਰੀ ਹਮਲਾਵਰਾਂ ਨੇ ਤੇ ਲੋਕਾਂ ਨੂੰ ਲੁੱਟਣਾ ਹੀ ਸੀ। ਇੱਥੋਂ ਦੇ ਰਜਵਾੜੇ ਵੀ ਅਜਿਹੇ ਹੀ ਸਨ, ਇੱਥੋਂ ਦੇ ਧਾਰਮਿਕ ਲੋਕਾਂ ਦੀ ਸੋਚ ਵੀ ਅਜਿਹੀ ਸੀ। ਅਜਿਹੇ ਸਮੇਂ ਦੇ ਅੰਦਰ ਭਾਰਤ ਦੀ ਧਰਤੀ 'ਤੇ ਇੱਕ ਲਹਿਰ ਪੈਦਾ ਹੋਈ ਜਿਹਨੂੰ ਆਪਾਂ ਕਹਿੰਦੇ ਭਗਤੀ ਲਹਿਰ। ਭਗਤੀ ਦਾ ਅਰਥ ਤਪੱਸਿਆ ਨਹੀਂ ਹੈ। ਤਪੱਸਿਆ 'ਚ ਮਨੁੱਖ ਆਪਣੇ ਤੱਕ ਸੀਮਿਤ ਰਹਿੰਦਾ ਹੈ, ਆਪਣੇ ਤੋਂ ਅੱਗੇ ਜਾ ਹੀ ਨਹੀਂ ਸਕਦਾ। ਲੇਕਿਨ ਭਗਤੀ ਦਾ ਅਰਥ ਹੁੰਦਾ ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਕਰਨਾ। ਉਸ ਭਗਤੀ ਲਹਿਰ ਦੇ ਮਹਾਨ ਹੀਰੇ ਨੇ ਸੂਰਬੀਰ ਯੋਧੇ ਸ੍ਰੀਮਨ ਭਗਤ ਰਵਿਦਾਸ ਸਾਹਿਬ ਜੀ। ਕਿਸੇ ਮਹਾਨ ਵਿਅਕਤੀ ਦੀ ਮਹਾਨਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ, ਮਨੁੱਖ ਨੂੰ ਜਾਂ ਸਮਾਜ ਨੂੰ ਕੇਵਲ ਬਾਹਰੋਂ ਹੀ ਨਹੀਂ ਸਗੋਂ ਅੰਦਰੋਂ ਕਿੰਨਾ ਕੁ ਸੁਚੱਜਿਆ ਬਣਾ ਦਿੰਦਾ ਹੈ, ਉਹਦੇ ਅੰਦਰ ਕਿੰਨੀ ਕੁ ਜਾਗਰਤੀ ਪੈਦਾ ਕਰ ਦਿੰਦਾ ਹੈ। ਦੋ ਤਰ੍ਹਾਂ ਦੀ ਜੀਵਨ ਜਾਚ ਹੈ। ਇੱਕ ਹੈ ਪੌੜੀ ਅਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ ਨਾਮ ਬਰਾਬਰੀ, ਜਾਤ ਪਾਤ ਵਰਨ ਵੰਡ ਊਚ ਨੀਚ। ਇੱਕ ਹੈ ਬਰਾਬਰਤਾ ਵਾਲਾ ਮਾਰਗ। ਮਹਾਨ ਵਿਅਕਤੀ ਦੀ ਇਹ ਮਹਾਨਤਾ ਹੁੰਦੀ ਕਿਉਂਕਿ ਮਨੁੱਖ ਕੇਵਲ ਇਕੱਲਾ ਨਹੀਂ ਹੈ, ਇਕਾਂਗੀ ਨਹੀਂ ਹੈ। ਮਨੁੱਖ ਦਾ ਸੰਬੰਧ ਪਰਿਵਾਰ ਨਾਲ ਹੈ, ਸਮਾਜ ਨਾਲ ਹੈ, ਮੁਲਕ ਦੇ ਨਾਲ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਇਕੱਲਾ ਗਿਣਦਾ ਹੈ ਜਾਂ ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹਿੰਦਾ ਹੈ, ਉਹ ਮੋਹ ਦੇ ਬੰਧਨਾਂ 'ਚ ਵੱਜਾ ਹੁੰਦਾ ਹੈ। ਲੇਕਿਨ ਜਦੋਂ ਮਨੁੱਖ ਨੂੰ ਗਿਆਨ ਹੁੰਦਾ ਹੈ, ਉਹਦਾ ਪਰਿਵਾਰ ਨਾਲ, ਸਮਾਜ ਨਾਲ, ਮੁਲਕ ਨਾਲ ਬੜਾ ਗੂੜਾ ਰਿਸ਼ਤਾ ਹੁੰਦਾ ਹੈ। ਅਤੇ ਜਿਹੜੇ ਮਹਾਨ ਵਿਅਕਤੀ ਨੇ, ਮਹਾਨ ਵਿਅਕਤੀ ਉਹ ਕੇਵਲ ਧਾਰਮਿਕ ਤੌਰ 'ਤੇ ਹੀ ਲੋਕਾਂ ਨੂੰ ਸੇਧ ਨਹੀਂ ਦਿੰਦੇ, ਉਹ ਧਰਮ ਦੇ ਨਾਲ ਮਨੁੱਖ ਨੂੰ ਅੰਦਰੋਂ ਜਾਗਰੂਕ ਕਰਦੇ ਨੇ ਮਨੁੱਖੀ ਬਰਾਬਰਤਾ ਦੇ ਲਈ, ਮੁਲਕ ਦੀ, ਮਨੁੱਖਤਾ ਦੀ ਆਜ਼ਾਦੀ ਦੇ ਲਈ। ਸ੍ਰੀਮਨ ਭਗਤ ਰਵਿਦਾਸ ਸਾਹਿਬ ਜੀ ਜਿਨ੍ਹਾਂ ਦੀ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ, 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੇ ਅੰਕਿਤ ਨੇ। ਉਹਨਾਂ ਦੀ ਸਮੁੱਚੀ ਬਾਣੀ ਪੜ੍ਹੋਗੇ, ਬੜੀ ਜਾਗਰਤੀ ਵਾਲੀ ਬਾਣੀ ਹੈ। ਮੈਂ ਬੇਨਤੀ ਕੀਤੀ ਸੀ ਕਿ ਭਗਤ ਜੀ ਮਹਾਨ ਸੂਰਬੀਰ ਯੋਧੇ ਭਗਤ ਹੋਏ ਨੇ। ਇਹ ਭਗਤ ਕੋ ਮਾਲਾ ਫੇਰਨ ਵਾਲੇ ਜਾਂ ਲੁਕ ਕੇ ਬੈਠਣ ਵਾਲੇ ਭਗਤ ਨਹੀਂ। ਸਨਮਾਫ ਕਰਨਾ, ਭਗਤ ਦਾ ਅਰਥ ਕੀ ਹੈ? ਮਤ ਹੁੰਦੀ ਹੋਏ ਇਆਣ, ਤਾਣ ਹੁੰਦੇ ਹੋਏ ਨਿਤਾਣ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਜਿਹੜਾ ਹੈ ਉਹ ਲੋਕਾਂ 'ਚ ਆਪਣੇ ਆਪ ਨੂੰ ਵੰਡ ਦਿੰਦਾ ਹੈ। ਭਗਤ ਆਪਣੀ ਖਾਤਰ, ਮਨੁੱਖਤਾ ਦੀ ਖਾਤਰ, ਮਨੁੱਖਤਾ ਦੀ ਆਜ਼ਾਦੀ ਦੀ ਖਾਤਰ ਬੜੇ ਸੰਘਰਸ਼ ਭਗਤਾਂ ਨੂੰ ਕਰਨੇ ਪਏ। ਭਗਤਾਂ ਨੂੰ ਬੜੀ ਵਿਰੋਧਤਾ, ਬੜੇ ਜ਼ੁਲਮ ਵੀ ਸਹਿਣੇ ਪਏ। ਬਨਾਰਸ ਦੀ ਧਰਤੀ, ਗੰਗਾ ਦੇ ਕੰਢੇ ਤੋਂ ਸਮੇਂ-ਸਮੇਂ 'ਤੇ ਕਈ ਲਹਿਰਾਂ ਚੱਲੀਆਂ। ਕੁਝ ਉਹ ਲਹਿਰ ਜਿਹਨੂੰ ਆਪਾਂ ਜਾਤ ਪਾਤ ਕਹਿੰਦੇ, ਮਨੂਵਾਦੀ ਸੋਚ ਦੇ ਅਧੀਨ ਚੱਲੀ, ਜਿਹਨੇ ਸਮਾਜ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ ਔਰ ਜਿਹਦਾ ਅਜੇ ਵੀ ਅਸਰ ਹੈ ਸਾਡੇ ਮੁਲਕ 'ਤੇ ਵੱਧਦਾ ਜਾ ਰਿਹਾ ਹੈ। ਔਰ ਮਨੂਵਾਦ ਜਿਹੜਾ ਜ਼ੋਰ ਪਕੜ ਰਿਹਾ ਹੈ, ਜਾਤ ਪਾਤ ਦੇ ਨਾਂ 'ਤੇ ਲੋਕਾਂ ਦੇ ਵਿੱਚ ਵੰਡ, ਲੋਕਾਂ ਦੇ ਵਿੱਚ ਵਿਤਕੇਬਾਜ਼ੀ ਖੜੀ ਕਰਨੀ। ਔਰ ਉਸੇ ਹੀ ਗੰਗਾ ਦੇ ਕੰਢੇ ਤੋਂ ਇਹ ਭਗਤੀ ਲਹਿਰ ਵੀ ਚੱਲੀ, ਜਿੱਥੇ ਭਗਤ ਰਵਿਦਾਸ ਸਾਹਿਬ ਜੀ ਪ੍ਰਗਟ ਹੋਏ, ਜਿੱਥੇ ਬਾਬਾ ਕਬੀਰ ਸਾਹਿਬ ਜੀ ਆਏ, ਬਾਬਾ ਰਾਮਾਨੰਦ ਜੀ ਆਏ। ਉਹਨਾਂ 'ਚੋਂ ਮਹਾਨ ਯੋਧੇ ਬਾਬਾ ਕਬੀਰ ਸਾਹਿਬ ਜੀ, ਬਾਬਾ ਰਾਮਾਨੰਦ ਜੀ, ਬਾਬਾ ਰਵਿਦਾਸ ਸਾਹਿਬ ਜੀ, ਜਿਨ੍ਹਾਂ ਦੀ ਬੜੀ ਇਨਕਲਾਬੀ ਬਾਣੀ ਹੈ, ਸੂਰਬੀਰ ਯੋਧਿਆਂ ਵਾਲੀ ਬਾਣੀ ਹੈ। ਉਹਨਾਂ ਦੀ ਸਮੁੱਚੀ ਬਾਣੀ ਦੇਖੋਗੇ, ਉਹਦੇ 'ਚ ਪ੍ਰੇਮਾ ਭਗਤੀ ਬੜੀ ਭਾਰੂ ਹੈ। ਪ੍ਰੇਮਾ ਭਗਤੀ ਦਾ ਅਰਥ ਇਹ ਨਹੀਂ ਹੈ ਕਿ ਆਪਾਂ ਲੋਕਾਂ ਤੋਂ ਡਰਨਾ ਹੈ। ਪ੍ਰੇਮ ਅਤੇ ਮੋਹ ਵਿੱਚ ਕੀ ਫਰਕ ਹੈ? ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ, ਇੱਥੇ ਦੋਵਾਂ ਹੀ ਜਜ਼ਬਿਆਂ ਦਾ ਜ਼ਿਕਰ ਭਗਤ ਜੀ ਨੇ ਕੀਤਾ ਹੈ। ਵਾਹਿਗੁਰੂ ਜੀ ਨੇ ਸਾਡਾ ਜਿਹੜਾ ਸਰੀਰ ਬਣਾਇਆ ਹੈ, ਇਹ 5 ਤੱਤਾਂ ਦਾ ਬਣਿਆ ਹੈ। ਇਸ ਸਰੀਰ ਦੇ ਅੰਦਰ ਇੱਕ ਜਿਹਨੂੰ ਆਪਾਂ ਅੰਦਰੂਨੀ ਭੀਤਰੀ ਇੰਦਰਾ ਕਹਿੰਦੇ ਹਾਂ, ਜਿਹਨੂੰ ਮਨ ਕਹਿੰਦੇ, ਜਿਹਦੇ ਭੇਦ ਨੇ ਸੁਰਤ, ਮਤ, ਮਨ, ਬੁੱਧ। ਔਰ ਮਨ ਵਿੱਚ 5 ਜਜ਼ਬੇ ਨੇ ਜਿਹਨੂੰ ਆਪਾਂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਜਿਹੜੇ ਲੋਕ ਕਹਿੰਦੇ ਕਿ ਖਤਮ ਹੋ ਜਾਣੇ ਚਾਹੀਦੇ ਨੇ, ਇਹ ਨਹੀਂ ਹੋਣੇ ਚਾਹੀਦੇ, ਬਿਲਕੁਲ ਅਗਿਆਨੀ ਨੇ। ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਇਹ ਜਜ਼ਬੇ ਬੀਜ ਨੇ, ਬੀਜ ਤੋਂ ਅੱਗੇ ਦਰਖਤ ਬਣਦਾ ਹੈ। ਗੱਲ ਮੋਹ ਦੀ ਚੱਲ ਰਹੀ ਹੈ। ਮੋਹ ਹੀ ਹੈ ਜਿਹਦੇ ਤੋਂ ਅੱਗੇ ਪ੍ਰੇਮ ਨੇ ਪ੍ਰਬਲ ਹੋਣਾ। ਜੇ ਮੋਹ ਨਾ ਹੋਏ, ਦੇਖੋ ਮਾਂ ਪਿਓ ਬੱਚੇ ਨੂੰ ਕਿਉਂ ਪਾਲਣਾ? ਜੇ ਮੋਹ ਨਾ ਹੋਏ ਤਾਂ ਅਸੀਂ ਕੰਮਕਾਰ ਹੀ ਨਾ ਕਰੀਏ। ਮੋਹ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ। ਪਰ ਬੀਜ ਦਾ ਫਰਜ਼ ਹੈ ਦਰਖਤ ਬਣਨਾ। ਬੀਜ ਹੀ ਰਹਿ ਜਾਏ ਤੇ ਉਹ ਕਿਸੇ ਅਰਥ ਨਹੀਂ ਹੈ। ਮੋਹ ਪਿਆਰ 'ਚ ਕਦੋਂ ਬਣੇਗਾ? ਮੋਹ ਜਿਹੜਾ ਹੈ ਉਹਨੂੰ ਪਿਆਰ 'ਚ ਬਦਲਣਾ ਹੈ, ਮਾਰਨਾ ਨਹੀਂ ਹੈ, ਪਿਆਰ 'ਚ ਉਹਨੂੰ ਬਦਲਣਾ ਹੈ। ਜੇ ਬੰਦਾ ਕੇਵਲ ਮੋਹ ਦੇ ਅੰਦਰ ਹੈ, ਮੋਹ 'ਚ ਮਨੁੱਖ ਲੈਣਾ ਹੀ ਜਾਣਦਾ ਹੈ। ਮੋਹ 'ਚ ਮਨੁੱਖ ਕੇਵਲ ਆਪਣੇ ਤੱਕ, ਆਪਣੇ ਪਰਿਵਾਰ ਤੱਕ ਸੀਮਿਤ ਰਹਿੰਦਾ ਹੈ।
ਮੋਹ ਦੇ ਵਿੱਚ ਮਨੁੱਖ ਦੇ ਅੰਦਰੋਂ ਮਨੁੱਖਤਾ ਹੀ ਖਤਮ ਹੁੰਦੀ ਚਲੀ ਜਾਂਦੀ ਹੈ, ਇਨਸਾਨੀਅਤ ਮਿਟਦੀ ਚੱਲਦੀ ਹੈ। ਇਹ ਮੋਹ ਹੈ ਜਿਹਦੇ ਅਧੀਨ ਮਨੁੱਖ ਆਪਣੇ ਪਰਿਵਾਰ ਤੋਂ ਅੱਗੇ ਨਹੀਂ ਵੱਧ ਸਕਦਾ। ਉਹ ਆਪਣੇ ਪਰਿਵਾਰ ਦੀ ਖਾਤਰ ਭਾਵੇਂ ਨਲਾਇਕ ਹੀ ਔਲਾਦ ਹੋਏ ਨਾ, ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਮੋਹ ਵਸ ਆਪਣੀ ਨਲਾਇਕ ਔਲਾਦ ਕਰਕੇ ਸਮਾਜ ਨੂੰ ਬਰਬਾਦ ਕਰ ਦਿੱਤਾ, ਮੁਲਕ ਨੂੰ ਬਰਬਾਦ ਕਰਤਾ। ਦੂਜੇ ਲੋਕ ਚੰਗੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ, ਬਗਾਨੇ ਜਿਹੜੇ ਲਾਇਕ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ, ਆਪਣਿਆਂ ਦੀ ਖਾਤਰ ਹੀ ਸਭ ਕਰੀ ਜਾਣਾ। ਇਹ ਮੋਹ ਹੈ, ਮੋਹ ਬੰਧਨ ਹੈ। ਮੋਹ ਮਨੁੱਖ ਨੂੰ ਤੇ ਬਰਬਾਦ ਕਰਦਾ ਹੀ ਹੈ। ਮੋਹ ਵਾਲਾ ਮਨੁੱਖ ਸਮਾਜ ਨੂੰ ਵੀ ਬਰਬਾਦ ਕਰਦਾ ਹੈ, ਉਹ ਸਿਸਟਮ ਨੂੰ ਬਰਬਾਦ ਕਰ ਦਿੰਦਾ ਹੈ। ਇਸ ਕਰਕੇ ਮੋਹ ਦੀ ਗੱਲ ਗੁਰਬਾਣੀ 'ਚ ਵੱਡੇ ਪੱਧਰ ਤੇ ਕੀਤੀ ਹੈ। ਅਜਿਤ ਸੂਰ ਸੰਗਰਾਮੰ ਅਤ ਬਲਨਾਮੋ ਮਰਦਣ ਗਣ ਗੰਧਰਵ ਦੇ ਮਾਨੁਖ ਪਸ਼ੂ ਪੰਖੀ ਬੇਮੋਹ ਨੇ। ਕਹਿਣਗੇ ਮੋਹ ਤੂੰ ਬੜਾ ਬਲਵਾਨ ਹੈ, ਵੱਡੇ ਵੱਡੇ ਬਲਵਾਨ ਲੋਕਾਂ ਨੂੰ ਤੂੰ ਮਲ ਦਿੰਦਾ, ਭਾਵੇਂ ਗਣ ਦੇ ਗਧਰਮ ਨੇ, ਪਸ਼ੂ ਨੇ, ਪੰਛੀ ਨੇ, ਦੇਵਤੇ ਨੇ, ਸਾਰਿਆਂ ਦੇ ਉੱਪਰ ਇਹ ਮੋਹ ਜਿਹੜਾ ਭਾਰੂ ਹੋ ਜਾਂਦਾ ਹੈ। ਜਦੋਂ ਮਨੁੱਖ ਮੋਹ ਦੇ ਅਧੀਨ ਹੋਵੇ ਉਹਨੂੰ ਆਪਣੇ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ, ਉਹ ਆਪਣੇ ਤੱਕ ਹੀ ਸੀਮਿਤ ਰਹਿੰਦਾ। ਆਪਣੀਆਂ ਮਾੜੀਆਂ ਚੀਜ਼ਾਂ ਨੂੰ ਚੰਗੇ ਬਣਾਈ ਜਾਏਗਾ, ਆਪਣੇ ਮਾੜੇ ਨਕੰਮੇ ਲੋਕਾਂ ਨੂੰ ਵੀ ਉਹ ਚੰਗੇ ਗਿਣੀ ਜਾਏਗਾ, ਦੂਜੇ ਚੰਗਿਆਂ ਨੂੰ ਵੀ ਉਹ ਮਾੜਾ ਗਿਣੀ ਜਾਏਗਾ। ਮੋਹ ਹਮੇਸ਼ਾ ਨੁਕਸਾਨਦਾਇਕ ਹੈ। ਗੁਰਬਾਣੀ ਨੇ ਇਸ ਮੋਹ ਨੂੰ ਪ੍ਰੇਮ ਵਿੱਚ ਬਦਲਣ ਦੀ ਗੱਲ ਕਹੀ ਹੈ। ਜਿੰਨਾ ਚ ਮੋਹ ਚ ਰਵਾਂਗੇ ਉਹਨਾਂ ਚਿਰ ਅਸੀਂ ਅੰਦਰੋਂ ਟੁੱਟਦੇ ਰਵਾਂਗੇ, ਦੁਖੀ ਰਵਾਂਗੇ। ਭਾਵੇਂ ਦੁਨੀਆ ਦੀ ਦੌਲਤ ਸਾਡੇ ਕੋਲ ਆ ਜਾਏ, ਦੁਨੀਆ ਦੀਆਂ ਰਾਜਗੱਦੀਆਂ ਸਾਡੇ ਕੋਲ ਆ ਜਾਣ, ਅਸੀਂ ਕਦੀ ਸੁਖੀ ਨਹੀਂ ਹੋ ਸਕਦੇ। ਸੁੱਖ ਤੇ ਉਦੋਂ ਮਿਲਣਾ ਜਦੋਂ ਇਹ ਮੋਹ ਪ੍ਰੇਮ ਵਿੱਚ ਕਨਵਰਟ ਹੋ ਜਾਏਗਾ, ਪ੍ਰੇਮ ਦਾ ਰੂਪ ਬਣ ਜਾਏਗਾ। ਆਪਣਿਆਂ ਦੇ ਨਾਲ ਲਗਾਓ ਰੱਖਣਾ ਇਹ ਮੋਹ ਹੈ। ਆਪਣਿਆਂ ਤੋਂ ਉੱਚੇ ਉੱਠ ਕੇ ਜਿਵੇਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ, ਇਵੇਂ ਹੋਰਨਾਂ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਵਰਗਾ ਸਮਝਣਾ, ਸਮੁੱਚੇ ਸੰਸਾਰ ਨੂੰ ਆਪਣੇ ਵਰਗਾ ਸਮਝਣਾ, ਇਹ ਪਿਆਰ ਹੈ। ਇਹ ਪਿਆਰ ਕਿਵੇਂ ਪ੍ਰਗਟ ਹੁੰਦਾ ਹੈ? ਬਾਬਾ ਰਵਿਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਜਿੱਥੇ ਪਿਆਰ ਦਾ ਜ਼ਿਕਰ ਕੀਤਾ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਜੋ ਤਮ ਚੰਦਨ ਜੋ ਤਮ ਗਿਰਵਰ ਤਉ ਹਾਂ ਮੋਰਾ, ਤਉ ਜੋ ਤਮ ਚੰਦ ਤੋਂ ਪਏ ਹੈ ਚਕੋਰਾ। ਇਹ ਉਦਾਹਰਣਾਂ ਦਿੱਤੀਆਂ ਨੇ ਪ੍ਰਮਾਤਮਾ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕੀ ਕਿ ਇਹ ਪਿਆਰ ਪ੍ਰਬਲ ਕਿਵੇਂ ਹੁੰਦਾ ਹੈ, ਪੈਦਾ ਕਿਵੇਂ ਹੁੰਦਾ ਹੈ। ਕਿਉਂਕਿ ਜੇ ਅਸੀਂ ਪਰਿਵਾਰ ਤੱਕ ਸੀਮਤ ਹਾਂ, ਦੁਨੀਆ ਤੱਕ ਸੀਮਤ ਹਾਂ, ਉਹਨਾਂ ਚਿਰ ਅਸੀਂ ਅੰਦਰੋਂ ਮਿਟਦੇ ਜਾਵਾਂਗੇ, ਮੁੱਕਦੇ ਚਲੇ ਜਾਵਾਂਗੇ, ਇਨਸਾਨੀਅਤ ਮਰਦੀ ਚਲੀ ਜਾਏਗੀ, ਪਰਿਵਾਰ ਸਮਾਜ ਕਮਜ਼ੋਰ ਹੁੰਦਾ ਜਾਏਗਾ। ਪਰ ਇਹ ਮੋਹ ਪਿਆਰ ਕਦੋਂ ਕਨਵਰਟ ਹੁੰਦਾ ਹੈ? ਜਦੋਂ ਅਸੀਂ ਸਤ ਸੰਗਤ ਨਾਲ ਜੁੜਦੇ ਹਾਂ। ਇੱਕ ਗੱਲ ਤੇ ਸੱਚ ਹੈ, ਪਰਮਾਤਮਾ ਨੂੰ ਪ੍ਰਾਪਤ ਕੀਤਾ ਹੀ ਪਿਆਰ ਨਾਲ ਜਾ ਸਕਦਾ ਹੈ। ਮੋਹ ਦੇ ਵਿੱਚ ਰਹਿ ਕੇ ਬੰਦਾ ਕਦੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤੇ ਮਤਾਂ ਸੋਚਣਾ ਘਰ ਛੱਡ ਦੇਵਾਂਗੇ ਤੇ ਮੋਹ ਤੋਂ ਮੁਕਤ ਹੋ ਜਾਵਾਂਗੇ, ਇਹ ਬੜਾ ਵੱਡਾ ਭੁਲੇਖਾ ਹੈ। ਫਲਾਣਾ ਜੀ ਘਰ ਛੱਡ ਕੇ ਨਾ, ਪਰਿਵਾਰ ਛੱਡ ਕੇ ਤੇ ਭਗਤ ਹੀ ਬਣ ਗਿਆ, ਸੰਤ ਹੀ ਬਣ ਗਿਆ। ਦੇਖੋ ਇੱਕ ਗ੍ਰਸਤੀ ਬੰਦਾ ਤੇ ਪਰਿਵਾਰ ਤੱਕ ਹੀ ਸੀਮਤ ਹੈ ਨਾ। ਉਹ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਹੈ, ਉਹਦਾ ਹੱਕ ਹੈ। ਉਹ ਆਪਣੇ ਬੱਚਿਆਂ ਨੂੰ ਪਾਲਣ ਲਈ ਮਿਹਨਤ ਕਰਦਾ ਹੈ, ਘਰ ਬਣਾਉਣ ਲਈ ਮਿਹਨਤ ਕਰਦਾ, ਉਹਦਾ ਹੱਕ ਹੈ। ਲੇਕਿਨ ਜਿਹੜੇ ਕਹਿੰਦੇ ਘਰ ਛੱਡ ਗਏ, ਉੱਥੇ ਇੱਕ ਬੱਚੇ ਨੂੰ ਉਹਨੂੰ 100 ਚੇਲੇ ਪਾਲਣ ਦੀ ਚਿੰਤਾ ਹੈ, ਉਹ ਤੇ ਜ਼ਿਆਦਾ ਮੋਹ 'ਚ ਵੱਧ ਗਏ ਨਾ। ਉਹਨਾਂ ਨੂੰ ਇੱਕ ਘਰ ਨਹੀਂ, ਉਹ ਤੇ ਕਹਿੰਦੇ ਫਲਾਣਾ ਵੀ ਥਾਂ ਸਾਨੂੰ ਮਿਲ ਜੇ, ਫਲਾਣਾ ਵੀ ਸਾਨੂੰ ਮਿਲ ਜੇ, ਉੱਥੇ ਜਾ ਕੇ ਲੜਦੇ ਨੇ। ਉਹ ਤੇ ਮੋਹ ਦੇ ਬੰਧਨਾਂ 'ਚ ਬਹੁਤੇ ਵੱਜ ਗਏ, ਉਹ ਗ੍ਰਸਤੀ ਨਾਲੋਂ ਵੀ ਜ਼ਿਆਦਾ ਵੱਜ ਗਏ। ਗ੍ਰਸਤੀ ਦਾ ਹੱਕ ਹੈ ਪਰਿਵਾਰ ਨੂੰ ਪਾਲਣਾ, ਉਹਦੇ ਲਈ ਮਿਹਨਤ ਕਰਨਾ। ਪਰ ਗ੍ਰਸਤੀ ਪਰਿਵਾਰ 'ਚ ਰਹਿੰਦਾ ਕਈ ਵਾਰੀ ਮੋਹ ਤੋਂ ਉੱਚਾ ਉੱਠ ਕੇ ਮਾਨਵਤਾ ਨੂੰ ਪਿਆਰ ਕਰਦਾ। ਜਿਹੜੇ ਲੋਕੀ ਘਰ-ਬਾਰ ਛੱਡ ਕੇ ਕਹਿੰਦੇ ਜੰਗਲਾਂ 'ਚ ਬੈਠ ਕੇ ਉਹ ਤੇ ਟੁੱਟੀ ਛੰਨ ਨਾਲ ਹੀ ਪਿਆਰ ਪਾ ਪੈਂਦੇ ਨੇ, ਉੱਥੋਂ ਮੋਹ 'ਚੋਂ ਹਿਲਦੇ ਹੀ ਨਹੀਂ ਹੈ। ਇਸ ਕਰਕੇ ਮੋਹ ਘਰ ਛੱਡਿਆ ਨਹੀਂ ਮਿਟਦਾ। ਮੋਹ ਕੇਵਲ ਜੰਗਲਾਂ 'ਚ ਬੈਠਿਆਂ ਜਾਂ ਦੁਨੀਆ ਤੋਂ ਵੱਖਰੇ ਹੋਇਆਂ ਨਹੀਂ ਮਿਟਦਾ। ਮੋਹ ਨੂੰ ਮੇਟਣ ਦਾ ਇੱਕ ਤਰੀਕਾ ਹੈ, ਬਾਬਾ ਰਵਿਦਾਸ ਸਾਹਿਬ ਜੀ ਨੇ ਦੱਸਿਆ ਕਿ ਸਾਧ ਸੰਗਤ ਬਿਨ ਭਾਉ ਨਾ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾਂ ਪ੍ਰਮਾਤਮਾ ਨਾਲ ਪਿਆਰ ਨਹੀਂ ਬਣਨਾ। ਦੇਖੋ ਕਿੰਨੀ ਬਰਾਬਰਤਾ ਦੀ ਗੱਲ ਹੈ। ਆਪਣੇ ਮੁਲਕ ਦੇ ਅੰਦਰ ਜਾਤਾਂ ਪਾਤਾਂ ਦੇ ਨਾਂ ਤੇ ਲੋਕ ਵੰਡੇ ਹੀ ਸਨ। ਆਪਣੇ ਮੁਲਕ ਦੇ ਅੰਦਰ ਧਰਮ ਦੇ ਨਾਂ ਤੇ ਵੰਡੀਆਂ ਪਾ ਦਿੱਤੀਆਂ ਗਈਆਂ, ਅੱਜ ਵੀ ਨੇ। ਰੱਬ ਦੇ ਨਾਂ ਤੇ ਵੰਡੀਆਂ ਪਾ ਦਿੱਤੀਆਂ ਗਈਆਂ। ਉਹ ਰੱਬ ਨੂੰ ਅੱਲਾ ਕਹਿੰਦਾ, ਮੈਂ ਰਾਮ ਕਹਿੰਦਾ। ਅੱਲਾ ਵਾਲਾ ਰਾਮ ਦੀ ਗੱਲ ਸੁਣ ਕੇ ਰਾਜੀ ਨਹੀਂ, ਰਾਮ ਵਾਲਾ ਅੱਲਾ ਦੀ ਗੱਲ ਸੁਣ ਕੇ ਰਾਜੀ ਨਹੀਂ ਹੈ। ਰੱਬ ਦੇ ਨਾਂ ਤੇ ਲੜਾਈਆਂ, ਰੱਬ ਦੇ ਨਾਂ ਤੇ ਵੰਡੀਆਂ। ਇੱਥੇ ਹੀ ਬਸ ਨਹੀਂ ਹੈ ਕਿ ਇਹਨੂੰ ਰੱਬ ਦਾ ਨਾਮ ਲੈਣ ਦਾ ਅਧਿਕਾਰ ਹੈ ਤੇ ਇਹਨੂੰ ਨਹੀਂ ਹੈ। ਬ੍ਰਾਹਮਣ ਰੱਬ ਦਾ ਨਾਮ ਲੈ ਸਕਦਾ ਹੈ ਤੇ ਜਿਹਨੂੰ ਇਹਨਾਂ ਨੇ ਅਖੌਤੀ ਸਮਾਜ ਦੀ ਵੰਡ ਦੇ ਅਧੀਨ ਕਿਹਾ ਜੀ ਇਹ ਸੂਦਰ ਹੈ, ਗਰੀਬਾਂ ਨੂੰ ਕਹਿਤਾ ਜੀ ਇਹ ਦਲਿਤ ਨੇ, ਉਹ ਰੱਬ ਦਾ ਨਾਂ ਹੀ ਨਹੀਂ ਲੈ ਸਕਦਾ। ਗਵਾਹੀਆਂ ਭਰੀਆਂ ਨੇ ਕਿ ਰੱਬ ਦਾ ਨਾਮ ਲੈਣ ਵਾਲਿਆਂ ਦੇ ਗਲੇ ਵੱਢ ਦਿੱਤੇ ਗਏ। ਤੁਹਾਨੂੰ ਰੱਬ ਦੀ ਬੰਦਗੀ ਕਰਨ ਦਾ ਅਧਿਕਾਰ ਨਹੀਂ ਹੈ।
ਗਵਾਈਆਂ ਪਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਬਾਬਾ ਨਾਮਦੇਵ ਜੀ ਦੇ ਬਚਨ, ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਦੜੀ ਜਾਤ ਮੇਰੀ ਜ਼ਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਭਗਤ ਜੀ ਕਹਿੰਦੇ ਮੈਨੂੰ ਬਾਹਰ ਕੱਢਤਾ ਕਿ ਤੂੰ ਨੀਵੇਂ ਘਰ 'ਚ ਜਨਮੇ। ਫਿਰ ਕਿੰਨੀ ਸੂਰਬੀਰਤਾ ਦੀ ਗੱਲ ਹੈ। ਅਜਿਹੇ ਸਮਾਜ ਅੰਦਰ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਆਪਨ ਬਾਪੇ ਨਾ ਹੀ ਕਿਸੇ ਕੋ। ਇਹ ਕਿਸੇ ਦੇ ਪਿਓ ਦਾ ਨਹੀਂ ਹੈ ਰੱਬ, ਰੱਬ ਸਮੁੱਚੀ ਮਾਨਵਤਾ ਦਾ ਸਾਂਝਾ ਹੈ। ਰੱਬ ਦੇ ਨਾਲ ਜੁੜਨ ਦਾ ਹਰ ਕਿਸੇ ਦਾ ਅਧਿਕਾਰ ਹੈ। ਰੱਬ ਨੂੰ ਪ੍ਰਾਪਤ ਜ਼ਰੂਰੀ ਨਹੀਂ ਕਿ ਮੰਦਿਰ ਜਾਂ ਕਿਸੇ ਧਰਮ ਸਥਾਨ ਤੇ ਬੈਠ ਕੇ ਕੀਤਾ ਜਾ ਸਕੇਗਾ। ਉੱਥੇ ਭਾਵਨ ਕੋ ਹਰ ਰਾਜਾ, ਉਹਦੇ ਨਾਲ ਪਿਆਰ ਦੀ ਲੋੜ ਹੈ। ਉਹ ਪਿਆਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਸਤ ਸੰਗਤ ਰਾਹੀਂ। ਮੋਹ ਵਿੱਚ ਮਨੁੱਖ ਕੇਵਲ ਪਰਿਵਾਰ ਤੱਕ ਸੀਮਿਤ ਰਹਿੰਦਾ ਹੈ, ਪਿਆਰ ਵਿੱਚ ਮਨੁੱਖ ਸਮੁੱਚੀ ਮਾਨਵਤਾ ਦੇ ਨਾਲ ਸਾਂਝ ਪਾ ਲੈਂਦਾ ਹੈ। ਮੋਹ ਵਿੱਚ ਮਨੁੱਖ ਨੀਵਾਂ ਹੋਈ ਚਲਿਆ ਜਾਂਦਾ ਹੈ, ਨੀਚ ਹੋਈ ਚਲਿਆ ਜਾਂਦਾ ਹੈ, ਨੀਵੇਂ ਤੋਂ ਨੀਵੇਂ ਕਰਮ ਕਰਦਾ ਹੈ। ਇਹ ਮੋਹ ਹੀ ਹੈ ਨਾ। ਸਾਡੀ ਰਾਜਗੱਦੀ ਨਹੀਂ ਜਾਣੀ ਚਾਹੀਦੀ, ਔਰ ਰਾਜਗੱਦੀਆਂ ਦੇ ਮੋਹ 'ਚ ਫਸ ਕੇ ਬੰਦਾ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਦਾ ਹੈ। ਰਾਜਗੱਦੀਆਂ ਦੇ ਮੋਹ 'ਚ ਫਸ ਕੇ ਬੰਦਾ, ਤੁਸੀਂ ਦੇਖਦੇ ਹੀ ਆ ਦਿੱਲੀ ਦੇ ਬਾਰਡਰ ਤੇ ਕੰਡੇਦਾਰ ਨੋਕਦਾਰ ਵਾੜ ਕੱਢ ਦਿੱਤੀ ਗਈ ਕਿ ਅੱਗੇ ਨਾ ਵੱਧ ਸਕਣ। ਇਹ ਮੋਹ 'ਚੋਂ ਹੀ ਆ ਨਿਕਲੀਆਂ ਹੋਈਆਂ ਗੱਲਾਂ ਕਿ ਲੋਕਾਂ ਦੇ ਰਾਹ ਦੇ ਕੰਡੇ ਵਿਛਾ ਦਿਓ, ਲੋਕਾਂ ਦੇ ਰਸਤੇ ਬੰਦ ਕਰ ਦਿਓ। ਹਾਕਮਾਂ ਦਾ ਫਰਜ਼ ਹੁੰਦਾ ਹੈ ਆਪਣੇ ਮੁਲਕ ਦੇ ਲੋਕਾਂ ਨੂੰ ਪਿਆਰ ਕਰਨਾ, ਆਪਣੇ ਮੁਲਕ ਦੇ ਲੋਕਾਂ ਨੂੰ ਸੰਤਾਨ ਬੱਚਿਆਂ ਵਾਂਗੂ ਪਿਆਰ ਕਰਨਾ। ਜਿਸ ਮੁਲਕ ਦੇ ਹਾਕਮ ਆਪਣੇ ਬੱਚਿਆਂ ਤੋਂ ਮਿਲਣ ਤੋਂ ਹੀ ਇੰਨੇ ਡਰਨ ਕਿ ਕਿਤੇ ਸਾਡੇ ਤੱਕ ਪਹੁੰਚ ਨਾ ਜਾਣ, ਪੁਲਿਸ ਦੀਆਂ ਵਾੜਾਂ ਖੜੀਆਂ ਕਰ ਦੇਣ, ਗੋਲੀਆਂ ਖੜੀਆਂ ਕਰ ਦੇਣ, ਉਹ ਹਾਕਮ ਨਹੀਂ ਹੁੰਦੇ, ਉਹ ਦਰਅਸਲ ਨੀਚ ਲੋਕ ਹੁੰਦੇ ਨੇ। ਇਸ ਕਰਕੇ ਬਾਬਾ ਰਵਿਦਾਸ ਜੀ ਨੇ ਅਜਿਹੇ ਸਮੇਂ 'ਚ ਇੱਕ ਆਵਾਜ਼ ਬੁਲੰਦ ਕੀਤੀ। ਉਹ ਆਵਾਜ਼ ਇਹ ਸੀ ਕਿ ਪ੍ਰਮਾਤਮਾ ਸਮੁੱਚੀ ਮਾਨਵਤਾ ਦਾ ਹੈ, ਪ੍ਰਮਾਤਮਾ ਦੇ ਪਿਆਰੇ ਸਮੁੱਚੀ ਮਾਨਵਤਾ ਦੇ ਨੇ। ਜਿਹੜੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਂਦੇ ਨੇ ਉਹ ਸਮੁੱਚੀ ਮਾਨਵਤਾ ਦੀ ਗੱਲ ਕਰਦੇ ਨੇ। ਬਾਬਾ ਰਵਿਦਾਸ ਸਾਹਿਬ ਜੀ ਅੱਜ ਦੇ ਇਸ ਪਵਿੱਤਰ ਮੁਖ ਵਾਕ ਰਾਹੀਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੋਰਠ ਰਾਗ ਵਿੱਚੋਂ ਇਹ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 658 ਤੇ ਸੁਭਾਏਮਾਨ ਹੈ, ਜੋ ਉਪਦੇਸ਼ ਸਾਨੂੰ ਦ੍ਰਿੜ ਕਰਾ ਰਹੇ ਨੇ। ਆਓ ਆਪਾਂ ਮਿਲ ਕੇ ਭਗਤ ਜੀ ਦੇ ਇਹ ਅੰਮ੍ਰਿਤ ਬਚਨ ਸਰਵਣ ਕਰੀਏ, ਗੁਰੂ ਪਿਆਰ 'ਚ ਜੁੜੀਏ, ਮੁਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਭਗਤ ਰਵਿਦਾਸ ਸਾਹਿਬ ਜੀ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਗੱਲਬਾਤ ਕਰਦਿਆਂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜੇ ਅਸੀਂ ਮੋਹ ਦੇ ਬੰਧਨਾਂ 'ਚ ਬੱਝੇ ਹੋਏ ਹਾਂ ਨਾ, ਦੇਖੋ ਮੋਹ ਦੇ ਬੰਧਨ ਟੁੱਟ ਸਕਦੇ ਨੇ, ਪਿਆਰ ਦੇ ਬੰਧਨ ਨਹੀਂ ਟੁੱਟ ਸਕਦੇ। ਪਿਆਰ ਬੜਾ ਪ੍ਰਬਲ ਹੈ, ਪਿਆਰ ਬੜਾ ਮਹਾਨ ਹੈ। ਪਿਆਰ ਤੇ ਇੰਨਾ ਮਹਾਨ ਹੈ ਕਿ ਇੱਕ ਥਾਂ ਤੇ ਸਤਿਗੁਰੂ ਜੀ ਨੇ ਬਚਨ ਕੇ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨ ਛੂਟੇ ਮੋਹ। एक समय मोह को गए बांधे, तौफन मोह पै जवाब ना होए। मोह दे बंधन वाहिगुरु जी दे प्यार च जुड़ के टुट सकते हैं, पर प्यार दा अर्थ हुंदा है बिना किसी कामना तो, बिना किसी स्वार्थ तो किसी दे नाल प्यार करना, किसी नाल लगाव करना। प्यार ये नहीं है कि रब जी मैं इन्ने पाठ करांगे तो यह दे दिओ, ये तो साडा स्वार्थ है। बाबा फरीद साहब जी ने कहा सी जान लब तां नेहो क्या, लब तां कूड़ा नेहो। जे लोभ है ना तो समझो प्यार नहीं है। ये ठीक है कि मोह तो बाद ही प्यार प्रबल होंदा है, मोह आरंभता है, मोह तो बाद प्यार प्रबल होंदा है, पर मोह तक ही सीमित रहना ये बंधन बन जाता है। जदों असीं निष्काम हुंदे चले जाते हैं, सतगुरु जी ने बचन किया कि परमात्मा नूं प्राप्त करन दा तरीका की, गुरु की बख्शिश प्राप्त करन दा तरीका की है। सेवा करत होए नेह कामी, तां को हो तिसको होत प्राप्त स्वामी। निष्काम हो जाना, कामना तो उच्चे उठ जाना। भगत जी कहते हे वाहिगुरू जी, जदों तुसीं सानूं असीं मोह दे बंधनां 'च बझे पए हाँ जिहड़े बड़े दुखदाई ने, पर वाहिगुरू जी हुण असीं तुहानूं प्यार दे बंधनां 'च बंध लिया है, प्यार दे नाल काबू कर लिया। प्यार कितना प्रबल है। अपने छूटन को जतन करहो, हम छूटे तुम आराधे। हे परमात्मा जी, असीं ते तुहाडा सिमरन करके छुट गए, पर तुसीं ये प्यार दे बंधनां तो किवें छुटोगे? प्यार दे बंधनां तो मुक्त नहीं होया जा सकता। प्यार इन्नी प्रबल चीज़ है कि परमात्मा भी भाव भगत दा भुखा है।
ਪਰਮਾਤਮਾ ਵੀ ਪਿਆਰ ਵਿੱਚ ਭਗਤਾਂ ਦਾ ਬੱਝਿਆ ਰਹਿ ਜਾਂਦਾ ਹੈ। ਮਾਧਵੀ ਜਾਣਤ ਹੋ ਜੈਸੀ ਤੈਸੀ। ਭਗਤ ਜੀ ਦਾ ਬੜਾ ਪਿਆਰਾ ਇਹ ਸ਼ਬਦ ਹੈ ਮਾਧਵੀ। ਭਗਤਾਂ ਨੇ ਕਿਤੇ ਪ੍ਰਮਾਤਮਾ ਨੂੰ ਮਾਧਵ, ਮਾਇਆ ਦਾ ਪਤੀ, ਕਿਤੇ ਬੀਠਲ, ਕਿਤੇ ਰਾਜਾ, ਹੋਰ ਬੜੇ ਬੜੇ ਪਿਆਰੇ ਬਚਨ ਵਰਤੇ ਪ੍ਰਮਾਤਮਾ ਦੇ ਪ੍ਰਤੀ। हे ਵਾਹਿਗੁਰੂ ਜੀ, ਪ੍ਰਭੂ ਜੀ, ਮਾਇਆ ਦੇ ਮਾਲਕ ਪ੍ਰਭੂ ਜੀ, ਤੁਸੀਂ ਜਾਣਦੇ ਹੋ ਜਿਹੋ ਜੀ ਸਾਡੀ ਹਾਲਤ ਹੈ, ਉਸ ਸਾਰੀ ਅਵਸਥਾ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਅਬ ਕਹਾ ਕਰੋਗੇ ਐਸੀ। ਪਰ ਤੁਸੀਂ ਹੁਣ ਦੱਸੋ ਕਿ ਇਹ ਪਿਆਰ ਦੇ ਬੰਧਨਾਂ ਤੋਂ ਕਿਵੇਂ ਬਚੋਗੇ? ਭਾਵ ਤੁਹਾਨੂੰ ਅਸੀਂ ਪਿਆਰ ਦੇ ਨਾਲ ਕਾਬੂ ਕਰ ਲਿਆ ਹੈ, ਤੁਸੀਂ ਪਿਆਰ ਦੇ ਬੰਧਨਾਂ ਤੋਂ ਨਹੀਂ ਬਚੋਗੇ ਔਰ ਸਾਨੂੰ ਮੋਹ ਦੇ ਬੰਧਨਾਂ 'ਚ ਬੱਝੇ ਨਹੀਂ ਰਹਿਣ ਦਿਓਗੇ। ਮੁੜ ਕੇ ਐਵੇਂ ਸਾਨੂੰ ਮੋਹ ਦੇ ਬੰਧਨਾਂ 'ਚ ਨਹੀਂ ਬੰਨੋਗੇ ਤੁਸੀਂ। ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁ ਬਾਨੀ। ਮੀਨ ਮਹਿਣਾ ਮੱਛੀ ਹੈ। ਮਨੁੱਖ ਨੂੰ ਸਮਝਾਉਣ ਦੇ ਲਈ ਪ੍ਰਕਿਰਤੀ 'ਚ ਬਹੁਤ ਕੁਝ ਹੈ। ਸਿਆਣੇ ਕਹਿੰਦੇ ਜੇ ਮਨੁੱਖ ਨੇ ਸਿੱਖਣਾ ਹੋਏ ਨਾ, ਸਾਰੀ ਦੁਨੀਆ ਹੀ ਯੂਨੀਵਰਸਿਟੀ ਹੈ। ਜਿਹਨੇ ਨਹੀਂ ਸਿੱਖਣਾ, ਮਾਫ ਕਰਨਾ, ਉਹ ਗੁਰਦੁਆਰੇ ਵੀ ਆ ਕੇ ਨਹੀਂ ਸਿੱਖਦਾ। ਆਪਾਂ ਦੇਖਦੇ ਉੱਥੇ ਵੀ ਈਰਖਾ, ਲੜਾਈਆਂ, ਝਗੜੇ, ਮੋਹ ਮਾਇਆ 'ਚ ਖਚਤ ਰਹਿੰਦਾ ਹੈ। ਜਿਹਨੇ ਸਿੱਖਣਾ ਉਹ ਪ੍ਰਕਿਰਤੀ ਦੇ ਜ਼ਰੇ ਜ਼ਰੇ ਵਿੱਚੋਂ ਸਿੱਖ ਲੈਂਦਾ ਹੈ। ਪ੍ਰਕਿਰਤੀ ਦੀ ਹਰ ਚੀਜ਼ ਸਾਨੂੰ ਸਿਖਾਉਣ ਦੇ ਲਈ ਹੈ। ਇਵੇਂ ਕਹਿ ਲਓ ਸਮੁੱਚੀ ਪ੍ਰਕਿਰਤੀ ਮਨੁੱਖ ਦੇ ਲਈ ਹੈ। ਸਿੱਖਣ ਵਾਲਿਆਂ ਨੇ ਦੇਖੋ, ਨਿਊਟਨ ਬੈਠਾ, ਇੱਕ ਸੇਬ ਡਿੱਗਿਆ ਧਰਤੀ ਤੇ। ਹੁਣ ਸੇਬ ਤੇ ਆਮ ਡਿੱਗਦੇ ਹੀ ਰਹਿੰਦੇ ਨੇ, ਪਰ ਸਿੱਖਣਾ ਸੀ ਜਿੰਨੇ, ਖਿਆਲ ਪੈਦਾ ਹੋਇਆ ਕਿ ਧਰਤੀ ਤੇ ਕਿਉਂ ਡਿੱਗਿਆ, ਇਹ ਆਕਾਸ਼ ਨੂੰ ਕਿਉਂ ਨਹੀਂ ਗਿਆ, ਆਸੇ ਪਾਸੇ ਕਿਉਂ ਨਹੀਂ ਗਿਆ। ਇੱਕ ਗੱਲ ਅੰਦਰੋਂ ਖਿਆਲ ਆਈ ਕਿ ਧਰਤੀ ਅੰਦਰ ਖਿੱਚ ਹੈ, ਗ੍ਰੈਵਿਟੀ ਹੈ। ਸੇਬ ਦੇ ਡਿੱਗਣ ਤੋਂ ਇੱਕ ਬੜਾ ਵੱਡਾ ਸਿਧਾਂਤ ਪੈਦਾ ਹੋ ਗਿਆ, ਗਿਆਨ ਪੈਦਾ ਹੋ ਗਿਆ ਕਿ ਧਰਤੀ ਆਪਣੇ ਵੱਲ ਨੂੰ ਖਿੱਚਦੀ ਹੈ। ਇਹ ਜਿਨ੍ਹਾਂ ਨੇ ਸਿੱਖਣਾ ਹੈ। ਪਰ ਜਿਨ੍ਹਾਂ ਨੇ ਨਹੀਂ ਸਿੱਖਣਾ ਉਹਨਾਂ ਨੂੰ ਜੋ ਮਰਜ਼ੀ ਸਿਖਾਈ ਜਾਓ ਤੇ ਸਾਰੀ ਜ਼ਿੰਦਗੀ ਸੁਣਦੇ ਸੁਣਦੇ ਫਿਰ ਵੀ ਉੱਦਾਂ ਹੀ ਰਹਿ ਜਾਂਦੇ ਨੇ। ਇਸ ਕਰਕੇ ਬਾਬਾ ਰਵਿਦਾਸ ਜੀ ਨੇ ਉਦਾਹਰਣ ਦਿੱਤੀ ਹੈ ਮੱਛੀ ਦੀ। ਪ੍ਰਕਿਰਤੀ ਦੀਆਂ ਬੜੀਆਂ ਉਦਾਹਰਨਾਂ ਨੇ। ਕਿੰਨੀ ਹੈਰਾਨੀ ਦੀ ਗੱਲ ਹੈ, ਮਨੁੱਖ ਨੂੰ ਕਿਹਾ ਜਾਂਦਾ ਜੀ ਇਹ ਤੇ ਸ੍ਰਿਸ਼ਟੀ ਦਾ ਸਿਰਦਾਰ ਹੈ। ਸਾਰੇ ਹੀ ਧਾਰਮਿਕ ਮਨੁੱਖਾਂ ਨੇ, ਧਰਮ ਗ੍ਰੰਥਾਂ ਨੇ ਕਿਹਾ ਕਿ ਮਨੁੱਖ ਸਰਵ ਸ੍ਰੇਸ਼ਟ ਹੈ ਧਰਤੀ ਤੇ। ਪਰ ਮਨੁੱਖ ਨੂੰ ਸਮਝਾਉਣ ਲਈ ਉਦਾਹਰਨਾਂ ਕਿਹਨਾਂ ਦੀਆਂ ਦਿੱਤੀਆਂ ਗਈਆਂ? ਮੱਛੀ ਦੀ, ਕੁੱਤੇ ਦੀ, ਹੋਰਨਾਂ ਜੂਨਾਂ ਦੀਆਂ ਦਿੱਤੀਆਂ ਗਈਆਂ। ਉੱਥੋਂ ਇੱਕ ਗੁਣ ਲਿਆ ਗਿਆ, ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ। ਇੱਕ ਉਦਾਹਰਣ ਹੈ, ਇੱਕ ਪੱਖ ਲਿਆ ਜਾਂਦਾ ਹੈ ਜਦੋਂ ਵੀ ਉਦਾਹਰਣ ਦਿੱਤੀ ਜਾਂਦੀ। ਫੁੱਲ ਦਾ ਇੱਕ ਪੱਖ ਲਿਆ ਗਿਆ ਹੈ, ਮੱਛੀ ਦਾ ਇੱਕ ਪੱਖ ਲਿਆ ਗਿਆ ਹੈ, ਹਿਰਨ ਦਾ ਇੱਕ ਪੱਖ ਲਿਆ ਗਿਆ ਹੈ। ਇਹ ਮਨੁੱਖ ਨੂੰ ਸਮਝਾਉਣ ਦੇ ਲਈ ਹੈ। ਮੀਨ ਪਕੜ ਫਾਕਿਓ ਅਰ ਕਾਂਟਿਓ ਰਾਂਦ ਕੀਓ ਬਹੁਬਾਨੀ। ਭਗਤ ਜੀ ਕਹਿੰਦੇ ਕਿ ਜਿਵੇਂ ਮੱਛੀ ਨੂੰ ਫੜਿਆ, ਫੜਨ ਵਾਲੇ ਨੇ ਉਹਨੂੰ ਛਿੱਲਿਆ, ਬਣਾਇਆ, ਕੱਟ ਦਿੱਤਾ, ਰਿੰਨ ਕੇ ਉਹਨੂੰ ਤਰੀਕੇ ਨਾਲ ਭੋਜਨ ਬਣਾ ਲਿਆ ਉਹਦਾ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ। ਉਸ ਮੱਛੀ ਨੂੰ ਟੋਟੇ ਟੋਟੇ ਕਰਕੇ ਰਿੰਨ ਲਿਆ, ਬਣਾ ਲਿਆ, ਖਾਣ ਵਾਲੇ ਨੇ ਚਿੱਥ ਚਿੱਥ ਕੇ ਖਾ ਲਿਆ। ਮੱਛੀ ਦਾ ਪਾਣੀ ਨਾਲ ਪਿਆਰ ਸੀ। ਪਰ ਮਾਰਨ ਤੋਂ ਬਾਅਦ, ਖਾਣ ਤੋਂ ਬਾਅਦ, ਕਿਸੇ ਦੇ ਅੰਦਰ ਜਾਣ ਤੋਂ ਬਾਅਦ ਵੀ ਮੱਛੀ ਪਾਣੀ ਨਹੀਂ ਪਿਲਾਉਂਦੀ। ਉਹ ਜੋ ਮੱਛੀ ਖਾਣ ਵਾਲਾ ਵਾਰ-ਵਾਰ ਪਾਣੀ ਮੰਗਦਾ, ਉਹਨੂੰ ਪਿਆਸ ਲੱਗਦੀ। ਇਹ ਮੱਛੀ ਦਾ ਪਾਣੀ ਦੇ ਪ੍ਰਤੀ ਜੋ ਪਿਆਰ ਹੈ ਉਹਦਾ ਭਗਤ ਜੀ ਨੇ ਉਦਾਹਰਣ ਦਿੱਤੀ ਹੈ। ਇਹ ਇੱਕ ਪੱਖੀ ਹੈ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਕਹਿਣ ਲੱਗੇ ਜਿਵੇਂ ਦੀਪ ਚੱਲ, ਦੀਪਕ ਵਿੱਚ ਦੀਪਕ ਪਤੰਗ ਚੱਲ ਆਵਤ ਪ੍ਰੇਮ ਕਰ, ਦੀਪਕਾਰ ਮਹਾਂ ਵਿਪਰੀਤ ਮਿਲੇ ਜ਼ਾਰ ਹੈ। ਦੀਵੇ ਤੇ ਪਤੰਗਾ ਹੁੰਦਾ ਹੈ ਨਾ, ਉਹ ਬੜਾ ਲਗਾ ਰੱਖਦਾ ਦੀਵੇ ਦੇ ਨਾਲ, ਪਰ ਦੀਵੇ ਦਾ ਪਤੰਗੇ ਨਾਲ ਕੋਈ ਲਗਾ ਨਹੀਂ ਹੈ। ਦੀਵਾ ਜਿਹੜਾ ਹੈ ਨਾ, ਉਹ ਪਤੰਗੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਅਲ ਚੱਲ ਆਵਤ ਕਮਲ ਪੈ ਸੁਨੇਹ ਕਰ, ਕਮਲ ਸੰਪਟ ਬਾਂਧ ਪ੍ਰਾਣ ਪ੍ਰਹਾਰ ਹੈ। ਅਲ ਕਹਿੰਦੇ ਭੌਰੇ ਨੂੰ। ਭੌਰਾ ਕਮਲ ਨਾਲ ਪਿਆਰ ਕਰਦਾ ਹੈ। ਕਮਲ ਤੇ ਆ ਕੇ ਮੰਡਰਾਉਂਦਾ, ਬੈਠ ਜਾਂਦਾ ਹੈ। ਜਦੋਂ ਸੂਰਜ ਡੁੱਬਦਾ, ਅਸਤ ਹੁੰਦਾ, ਕਮਲ ਬੰਦ ਹੋ ਜਾਂਦਾ ਹੈ, ਭੌਰਾ ਵਿੱਚ ਬੰਦ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਭੌਰਾ ਫੁੱਲ ਨਾਲ ਪਿਆਰ ਕਰਦਾ ਹੈ, ਲੇਕਿਨ ਫੁੱਲ ਭੌਰੇ ਨਾਲ ਪਿਆਰ ਨਹੀਂ ਕਰਦਾ। ਬਿਲਕੁਲ ਮਨ ਬਚ ਕਰਮ ਜਲ ਮੀਨ ਲਿਵ ਲੀਨ ਗਤ। ਮੱਛੀ ਪਾਣੀ ਦੇ ਨਾਲ ਐਨ ਪਿਆਰ ਕਰਦੀ ਹੈ, ਲੇਕਿਨ ਰਾਖ ਨਾ ਸਕਤ ਗਹਿ ਮਾਰੇ ਡਾਰ ਹੈ। ਉਹ ਪਾਣੀ ਜਿਹੜਾ ਮੱਛੀ ਨਾਲ ਕੋਈ ਪਿਆਰ ਨਹੀਂ ਕਰਦਾ, ਉਹਨੂੰ ਬਚਾਉਂਦਾ ਹੀ ਨਹੀਂ ਹੈ। ਇੱਕ ਪੱਖ ਲਿਆ ਮੱਛੀ ਦਾ ਪਾਣੀ ਨਾਲ ਪਿਆਰ। ਪਰ ਮਾਨਯੋਗ ਭਾਈ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕੀ, ਉਹ ਗੁਰਸਿੱਖਾ ਪ੍ਰਾਣੀ ਦੇਖ ਪਤੰਗਾ ਦੀਵੇ ਨਾਲ ਪਿਆਰ ਕਰਦਾ, ਪਰ ਦੀਵਾ ਪਤੰਗੇ ਨਾਲ ਪਿਆਰ ਨਹੀਂ ਕਰਦਾ। ਭੌਰਾ ਫੁੱਲ ਨਾਲ ਪਿਆਰ ਕਰਦਾ, ਪਰ ਭੌਰਾ ਫੁੱਲ ਨਾਲ ਬਿਲਕੁਲ ਪਿਆਰ ਨਹੀਂ ਕਰਦਾ।
ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਪਰ ਪਾਣੀ ਮੱਛੀ ਨਾਲ ਬਿਲਕੁਲ ਪਿਆਰ ਨਹੀਂ ਕਰਦਾ। ਦੁਖਦਾਈ ਪ੍ਰੀਤ ਕੀ ਪ੍ਰਤੀਤ ਮਰੇ ਨਾ ਟਰੇ। ਉਹ ਤੇਰੇ ਨਾਲੋਂ ਤੇ ਆ ਮੱਛੀ ਚੰਗੀ ਹੈ, ਤੇਰੇ ਨਾਲੋਂ ਤੇ ਭੌਰਾ ਹੀ ਚੰਗਾ ਹੈ, ਤੇਰੇ ਨਾਲੋਂ ਤੇ ਪਤੰਗਾ ਹੀ ਚੰਗਾ ਹੈ। ਹਾਲਾਂਕਿ ਉਹ ਜਿਹੜੀ ਹੈ ਪ੍ਰੀਤ ਉਹ ਦੁਖਦਾਈ ਹੈ। ਇੱਕ ਮੱਛੀ ਮਰ ਗਈ ਤੇ ਬਾਕੀ ਮੱਛੀਆਂ ਨੇ ਪਾਣੀ ਨਹੀਂ ਛੱਡ ਦਿੱਤਾ ਕਿ ਅਸੀਂ ਨਹੀਂ ਰਹਿਣਾ, ਸਾਡੀ ਮੱਛੀ ਨੂੰ ਬਚਾਇਆ ਨਹੀਂ ਨੇ, ਛੱਡਿਆ ਕਦੀ ਪਾਣੀ। ਇੱਕ ਭੌਰਾ ਮਰ ਗਿਆ ਤੇ ਬਾਕੀ ਭੌਰਿਆਂ ਨੇ ਮੰਡਰਾਉਣਾ ਬੰਦ ਨਹੀਂ ਕਰਤਾ ਫੁੱਲ ਤੇ। ਇੱਕ ਪਤੰਗਾ ਮਰ ਗਿਆ ਦੀਵੇ ਤੇ ਸੜ ਕੇ ਤੇ ਬਾਕੀ ਪਤੰਗੀਆਂ ਨੇ ਕੋਈ ਛੱਡ ਨਹੀਂ ਦਿੱਤਾ। ਤੇ ਸਾਡਾ ਸੁਭਾਅ ਕੀ ਹੈ ਕਿ ਜੇ ਇੱਕ ਸਾਨੂੰ ਸੁੱਖ ਨਾ ਮਿਲਿਆ ਆਪਾਂ ਕਹਿੰਦੇ ਜੀ ਗੁਰਦੁਆਰੇ ਨਹੀਂ ਜਾਣਾ, ਆਪਾਂ ਜੀ ਗੁਰਦੁਆਰੇ ਕੋਈ ਲੈਣਾ, ਉੱਥੇ ਤੇ ਇਹੀ ਕੁਝ ਹੈ। ਅਸੀਂ ਫਿਰ ਉਦਾਹਰਨਾਂ ਨਿਕੰਮੇ ਲੋਕਾਂ ਦੀਆਂ ਦਿੰਦੇ ਹਾਂ। ਅਸੀਂ ਜਦੋਂ ਵੀ ਬਹਾਨੇ ਭਾਲਦੇ ਨਾ ਬਹਾਨੇ, ਉਦੋਂ ਫਿਰ ਘਟੀਆ ਜੇ ਬਹਾਨੇ, ਦੇਖੋ ਜੀ ਫਲਾਣੇ ਗੁਰਦੁਆਰੇ ਕੀ ਲੈ ਲਿਆ ਉਹਨਾਂ ਨੇ, ਉਹ ਤੇ ਉੱਥੇ ਜੇ ਕਰਦੇ ਨੇ ਉਹ ਕਰਦੇ, ਉੱਥੋਂ ਕੀ ਮਿਲ ਜਾਣਾ। ਇਹੀ ਹੈ ਨਾ ਸਾਡੀ ਹਾਲਤ। ਕਹਿਣ ਲੱਗੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਨਾ ਮਰੇ ਨਾ ਟਰੇ। ਦੇਖ ਉਹ ਦੁਖਦਾਈ ਮਾਰਗ ਤੇ ਚੱਲ ਕੇ ਮਰ ਜਾਂਦੇ ਨੇ, ਟਲਦੇ ਨਹੀਂ ਹੈ, ਪਰ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਉਹ ਗੁਰੂ ਦਾ ਪਿਆਰ ਇੱਕ ਪੱਖੀ ਨਹੀਂ ਹੈ। ਜੇ ਗੁਰੂ ਨਾਲ ਪਿਆਰ ਕਰੋਗੇ, ਪਿਆਰ ਲੈ ਕੇ ਆਓਗੇ, ਤੁਹਾਡੇ ਪਿਆਰ ਦੀ ਇੱਕ ਤਿਲ ਜਿੰਨੀ ਘਾਲਣਾ ਗੁਰੂ ਬਿਰਥਾ ਨਹੀਂ ਜਾਣ ਦੇਵੇਗਾ, ਪ੍ਰਭੂ ਬਿਰਥਾ ਨਹੀਂ ਜਾਣ ਦੇਵੇਗਾ। ਗੁਰੂ ਨਾਲ ਪਿਆਰ ਕਰਕੇ ਆਓ, ਸਵਾਰਥ ਕਰਕੇ ਨਾ ਆਓ। ਗੁਰੂ ਦਾ ਪਿਆਰ ਤੇ ਇੰਨਾ ਚਰਨ ਸਰਨ ਗੁਰ ਏਕ ਪੈਂਡਾ, ਜਾਏ ਚੱਲ ਸਤ ਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਇੱਕ ਕਦਮ ਪਿਆਰ ਦਾ ਗੁਰੂ ਵੱਲ ਪੁੱਟ ਲਓ, ਇੱਕ ਕਦਮ, ਸਤਿਗੁਰੂ ਤੁਹਾਨੂੰ ਕਰੋੜਾਂ ਕਦਮ ਅੱਗੋਂ ਦੀ ਹੋ ਕੇ ਮਿਲੇਗਾ। ਗੁਰਸਿੱਖਾਂ ਨੇ ਕਦਮ ਪੁੱਟਿਆ, ਆਪਣਾ ਸੀਸ ਭੇਟ ਕੀਤਾ ਗੁਰੂ ਦੇ ਦਰ ਤੇ, ਸਤਿਗੁਰੂ ਜੀ ਨੇ ਪਰਿਵਾਰ ਹੀ ਕੁਰਬਾਨ ਕਰਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸੀਸ ਭੇਟ ਕੀਤੇ ਨੇ, ਸਤਿਗੁਰੂ ਜੀ ਨੇ ਪਰਿਵਾਰ ਹੀ ਕੁਰਬਾਨ ਕਰਤਾ। ਗੁਰਸਿੱਖਾਂ ਨੇ ਸਤਿਗੁਰੂ ਦੇ ਬਚਨਾਂ ਦੇ ਫੁੱਲ ਚੜ੍ਹਦਿਆਂ ਚਮਕੌਰ ਦੀ ਗੜੀ ਅੰਦਰ 10 ਲੱਖ ਨਾਲ ਟੱਕਰਾ ਕੀਤਾ। ਸਤਿਗੁਰੂ ਜੀ ਨੇ ਗੁਰਤਾ ਗੱਦੀ ਗੁਰਸਿੱਖਾਂ ਨੂੰ ਦੇ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਤੇ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਇਤਿਹਾਸ ਦੇ ਵਿੱਚ ਬੜੀਆਂ ਗਵਾਹੀਆਂ ਨੇ, ਇਹ ਗੱਲ ਚੇਤੇ ਰੱਖਿਓ। ਮੋਹ ਮਨੁੱਖ ਦੇ ਅੰਦਰ ਸਵੈਮਾਨ ਨੂੰ ਖਤਮ ਕਰਦਾ ਹੈ। ਮੋਹ ਮਨੁੱਖ ਨੂੰ ਵੀ ਬੰਧਨਾਂ 'ਚ ਜਕੜਦਾ ਹੈ, ਤੇ ਮੋਹ ਦੇ ਅਧੀਨ ਮਨੁੱਖ ਦੂਜਿਆਂ ਨੂੰ ਗੁਲਾਮ ਬਣਾਉਣ ਵੱਲ ਚੱਲਦਾ ਹੈ, ਦੂਜਿਆਂ ਨੂੰ ਗੁਲਾਮ ਬਣਾਉਣ ਦੀ ਪ੍ਰਵਿਰਤੀ ਰੱਖਦਾ ਕਿ ਲੋਕੀ ਮੇਰੇ ਗੁਲਾਮ ਹੋ ਜਾਣ। ਲੇਕਿਨ ਪਿਆਰ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਕਰਦਾ ਹੈ। ਪਿਆਰ ਮਨੁੱਖ ਨੂੰ ਸਿਰ ਉੱਚਾ ਉਠਾ ਕੇ ਚੱਲਣ ਦੀ ਪ੍ਰੇਰਣਾ ਕਰਦਾ ਹੈ। ਪਿਆਰ ਮਨੁੱਖ ਦੇ ਅੰਦਰ ਗੁਲਾਮੀ ਲਈ ਨਫ਼ਰਤ ਤੇ ਆਜ਼ਾਦੀ ਲਈ ਪਿਆਰ ਪੈਦਾ ਕਰਦਾ ਹੈ। ਬੜੀਆਂ ਪਿਆਰੀਆਂ ਉਦਾਹਰਨਾਂ ਮੈਂ ਬੇਨਤੀ ਕੀਤੀ ਸੀ। ਮੋਹ ਮਨੁੱਖ ਦੇ ਅੰਦਰ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਇੱਕ ਭਾਵਨਾ ਪੈਦਾ ਕਰਦਾ ਕਿ ਦੁਨੀਆ ਮੇਰੀ ਗੁਲਾਮ ਬਣ ਜਾਏ। ਲੇਕਿਨ ਪਿਆਰ ਆਪ ਆਜ਼ਾਦ ਹੁੰਦਾ ਹੈ ਤੇ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਦੇ ਸਥਾਨ ਤੇ ਬੈਠੇ ਨੇ। ਇੱਕ ਸਿੱਖ ਘਾਹ ਖੋਤ ਕੇ ਸਤਿਗੁਰੂ ਜੀ ਦੇ ਲਈ ਲੈ ਕੇ ਆ ਰਿਹਾ। ਗੁਰੂ ਕਾ ਪਿਆਰਾ ਸਿੱਖ ਹੈ। ਭੁਲੇਖੇ ਨਾਲ ਜਹਾਂਗੀਰ ਦੇ ਤੰਬੂ ਚਲਿਆ ਗਿਆ। ਜਹਾਂਗੀਰ ਦੇ ਅੱਗੇ ਟਕਾ ਰੱਖ ਕੇ ਕਹਿਣ ਲੱਗਾ, ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ। ਜਹਾਂਗੀਰ ਕਹਿੰਦਾ, ਸਿੱਖਾ ਕਿਤੇ ਸੱਚੇ ਪਾਤਸ਼ਾਹ ਕੋਲ ਤਾਂ ਨਹੀਂ ਜਾਣਾ, ਗੁਰੂ ਹਰਗੋਬਿੰਦ ਸਾਹਿਬ ਜੀ ਕੋਲ। ਕਹਿਣ ਲੱਗਾ, ਤੁਸੀਂ ਸੱਚੇ ਪਾਤਸ਼ਾਹ ਨਹੀਂ? ਕਹਿਣ ਲੱਗੇ, ਉਹਨਾਂ ਦਾ ਸਥਾਨ ਅੱਗੇ ਹੈ। ਸਿੱਖ ਨੇ ਟਕਾ ਚੁੱਕ ਲਿਆ। ਪਿਆਰ ਦੇ ਅੰਦਰ ਕਿੰਨਾ ਸਵੈਮਾਨ ਹੁੰਦਾ ਹੈ। ਟਕਾ ਚੁੱਕ ਲਿਆ। ਜਹਾਂਗੀਰ ਕਹਿੰਦਾ ਕਿ ਤੈਨੂੰ ਪਤਾ ਨਹੀਂ ਕਿ ਬਾਦਸ਼ਾਹ ਕੇ ਨਜ਼ਰਾਨਾ ਰੱਖ ਕੇ ਚੁੱਕਣ ਦਾ ਕੀ ਫਲ ਮਿਲਦਾ ਹੈ। ਤੇ ਸਿੱਖ ਦਾ ਸਵੈਮਾਨ ਜਿਹਦੇ ਅੰਦਰ ਪਿਆਰ ਸੀ ਗੁਰੂ ਦਾ, ਸਵਾਰਥ ਨਹੀਂ ਹੈ। ਜਹਾਂਗੀਰ ਦੌਲਤਾਂ ਦੇ ਰਿਹਾ ਹੈ, ਹੋਰ ਕੁਝ ਦੇ ਰਿਹਾ ਹੈ, ਲੇਕਿਨ ਇੱਕ ਪਿਆਰ ਹੈ। ਅੱਗੋਂ ਪਿਆਰ ਭਿੰਨਾ ਸਿੱਖ ਕਹਿਣ ਲੱਗਾ ਕਿ ਜਿਹੜਾ ਰਾਜਾ ਆਪਣੀ ਪ੍ਰਜਾ ਦੀ ਮੰਗ ਹੀ ਨਹੀਂ ਪੂਰੀ ਕਰ ਸਕਦਾ, ਉਹ ਨਜ਼ਰਾਨੇ ਦਾ ਹੱਕਦਾਰ ਨਹੀਂ ਹੈ, ਉਹ ਸਤਿਕਾਰ ਦਾ ਹੱਕਦਾਰ ਨਹੀਂ। ਇਹ ਹੈ ਪਿਆਰ। ਪਿਆਰ ਸਵੈਮਾਨ ਪੈਦਾ ਕਰਦਾ ਹੈ। ਪਿਆਰ ਮਨੁੱਖ ਦੇ ਅੰਦਰ ਸਿਰ ਉੱਚਾ ਉਠਾ ਕੇ ਜਿਉਣ ਦਾ ਚਾਹ ਪੈਦਾ ਕਰਦਾ, ਜਿਹੜਾ ਭਗਤਾਂ ਦੇ ਅੰਦਰ ਸੀ। ਇਹ ਭਗਤਾਂ ਦਾ ਪਿਆਰ ਹੈ, ਜਿਨ੍ਹਾਂ ਨੇ ਉਸ ਵੇਲੇ ਦੇ ਨਾਮ ਬਰਾਬਰੀ ਵਾਲੇ ਸਮਾਜ ਨੂੰ ਲਲਕਾਰਦਿਆਂ ਇਹ ਗੱਲ ਕਹੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਤੇਰੇ ਚ ਕੋ ਦੁੱਧ ਭਰਿਆ। ਇਹ ਪਿਆਰ ਵਾਲੇ ਹਿਰਦੇ ਚੋਂ ਬਚਨ ਨਿਕਲ ਸਕਦੇ ਨੇ। ਪਿਆਰ ਵਾਲਾ ਹਿਰਦਾ ਹੀ ਜਿਹੜਾ ਇਹਨਾਂ ਚੀਜ਼ਾਂ ਦੇ ਲਈ ਲਲਕਾਰ ਬਣ ਸਕਦਾ ਹੈ। ਭਗਤ ਜੀ ਨੇ ਉਦਾਹਰਨ ਦਿੱਤੀ ਇੱਕ ਮੱਛੀ ਦੀ। ਮੈਂ ਬੇਨਤੀ ਕਰ ਰਿਹਾ, ਭਾਈ ਸਾਹਿਬ ਜੀ ਕਹਿੰਦੇ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਗੁਰਸਿੱਖ ਸੁਖਦਾਈ ਮਾਰ ਕਿਉਂ ਛੱਡੇ। ਗੁਰੂ ਦਾ ਪਿਆਰ ਇੱਕ ਵਾਰੀ ਗੁਰੂ ਦੇ ਬਣ ਜਾਓ, ਗੁਰੂ ਤੇ ਸਦਾ ਲਈ ਤੁਹਾਡਾ ਬਣ ਜਾਏਗਾ। ਇੱਕ ਵਾਰੀ ਪ੍ਰਮਾਤਮਾ ਦੇ ਬਣ ਜਾਓ ਕਿ ਪ੍ਰਮਾਤਮਾ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਜੇ ਘਰ ਪ੍ਰਮਾਤਮਾ ਦਾ ਤੇ ਪ੍ਰਮਾਤਮਾ ਦੇ ਘਰ 'ਚ ਕਦੀ ਕਮੀ ਨਹੀਂ ਆਏਗੀ। ਪ੍ਰਮਾਤਮਾ ਦਾ ਘਰ ਹੈ, ਪ੍ਰਮਾਤਮਾ ਦਾ ਕਾਰੋਬਾਰ ਹੈ, ਕੋਈ ਦੁੱਖ ਨਹੀਂ ਆਏਗਾ। ਭਗਤ ਜੀ ਕਹਿੰਦੇ ਜਿਵੇਂ ਮੱਛੀ ਹੈ ਨਾ,
ਮੱਛੀ ਨੂੰ ਪਕੜ ਲਿਆ, ਖਾ ਲਿਆ, ਲੇਕਿਨ ਉਹ ਮੱਛੀ ਜਿਹੜੀ ਹੈ ਉਹਨੇ ਫਿਰ ਵੀ ਪਾਣੀ ਨੂੰ ਭੁਲਾਇਆ ਨਹੀਂ ਹੈ। ਤਾਂ ਉਹ ਨਾ ਵਿਸਰਿਓ ਪਾਣੀ, ਫਿਰ ਵੀ ਪਾਣੀ ਨੂੰ ਵਿਸਾਰਿਆ ਨਹੀਂ, ਇਹਨਾਂ ਉਹਦਾ ਪਿਆਰ ਹੈ। ਇਹ ਵਾਹਿਗੁਰੂ ਜੀ ਮੇਰਾ ਵੀ ਤੁਹਾਡੇ ਚਰਨਾਂ ਨਾਲ ਪਿਆਰ ਬਣ ਗਿਆ ਹੈ। ਭਾਵੇਂ ਜਿੰਨੇ ਮਰਜ਼ੀ ਦੁੱਖ ਹੋਣ, ਖੰਡ ਖੰਡ ਕਰ ਦਿੱਤਾ ਜਾਏ, ਪਰ ਤੁਹਾਡੇ ਨਾਲੋਂ ਪਿਆਰ ਨਹੀਂ ਟੁੱਟੇਗਾ। ਆਪਨ ਬਾਪੈ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ। ਇਹ ਬੜੀ ਬਹਾਦਰੀ ਭਰੀ ਗੱਲ ਹੈ ਭਗਤ ਰਵਿਦਾਸ ਜੀ ਦੀ। ਉਸ ਸਮਾਜ, ਉਸ ਸਮੇਂ 'ਚ ਜਦੋਂ ਕਹਿੰਦੇ ਜੀ ਭਗਤੀ ਦਾ ਅਧਿਕਾਰ ਕਿਸੇ ਖਾਸ ਫਿਰਕੇ ਦਾ ਹੀ ਹੈ, ਧਰਮ ਗ੍ਰੰਥਾਂ ਨੂੰ ਕੋਈ ਖਾਸ ਫਿਰਕਾ ਹੀ ਪੜ੍ਹ ਸਕਦਾ ਹੈ, ਜਾਂ ਰੱਬ ਦਾ ਨਾਮ ਲੈਣ ਦਾ ਅਧਿਕਾਰ ਸਾਰਿਆਂ ਨੂੰ ਨਹੀਂ ਹੈ। ਰੱਬ ਦੇ ਨਾਂ ਤੇ ਵੰਡੀਆਂ, ਰੱਬ ਨੇ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਿੱਤੀ ਹੈ। ਇਹ ਗੱਲ ਚੇਤੇ ਰੱਖਿਓ, ਹਰ ਮਨੁੱਖ ਬਰਾਬਰ ਧਰਤੀ ਤੇ ਆਇਆ ਹੈ, ਹਰ ਮਨੁੱਖ ਆਜ਼ਾਦ ਧਰਤੀ ਤੇ ਆਇਆ ਹੈ, ਹਰ ਮਨੁੱਖ ਨੂੰ ਸਵੈਮਾਨ ਦਿੱਤਾ ਹੈ ਪ੍ਰਮਾਤਮਾ ਨੇ, ਹਰ ਮਨੁੱਖ ਨੂੰ ਜ਼ਿੰਦਗੀ ਦਿੱਤੀ ਪ੍ਰਮਾਤਮਾ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਜਿੰਨਾ ਵੀ ਰੱਬੀ ਪਿਆਰਿਆਂ ਦੀ ਬਾਣੀ ਹੈ, ਗੁਰੂ ਸਾਹਿਬਾਨ ਦੀ, ਭਗਤ ਜਨਾਂ ਦੀ, ਉਹਨਾਂ ਨੇ ਮਨੁੱਖੀ ਆਜ਼ਾਦੀ ਦੇ ਲਈ, ਮਨੁੱਖੀ ਜ਼ਿੰਦਗੀ ਦੇ ਲਈ, ਮਨੁੱਖੀ ਬਰਾਬਰਤਾ ਦੇ ਲਈ, ਮਨੁੱਖੀ ਸਵੈਮਾਨ ਦੇ ਲਈ ਸੰਘਰਸ਼ ਕੀਤਾ। ਭਾਵੇਂ ਉਹਨਾਂ ਦੇ ਰਸਤੇ 'ਚ ਰੁਕਾਵਟਾਂ ਵੀ ਕਿਉਂ ਨਹੀਂ ਆਈਆਂ। ਤੇ ਬਾਣੀ ਪੜ੍ਹਨ ਵਾਲਿਆਂ ਦਾ ਵੀ ਇਹ ਫਰਜ਼ ਹੈ ਕਿ ਉਹ ਮਨੁੱਖੀ ਆਜ਼ਾਦੀ ਦੇ ਲਈ, ਮਨੁੱਖੀ ਬਰਾਬਰਤਾ ਦੇ ਲਈ, ਮਨੁੱਖੀ ਹੱਕਾਂ ਲਈ ਯਤਨ ਕਰਨ। ਬਾਣੀ ਪੜ੍ਹਨ ਦਾ ਅਰਥ ਇਹ ਹੈ, ਮਾਫ ਕਰਨਾ, ਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਅਸੀਂ ਵੀ ਉਹ ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੀ ਸੋਚ ਦੇ ਅਨੁਸਾਰ ਮਨੁੱਖੀ ਬਰਾਬਰਤਾ ਦੇ ਲਈ, ਮਨੁੱਖੀ ਹੱਕਾਂ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਕਰੀਏ, ਮਨੁੱਖੀ ਸਵੈਮਾਨ ਦੇ। ਅੱਜ ਵੀ ਉਹੀ ਗੱਲਾਂ ਜਿਹੜੀਆਂ ਨੇ ਫਿਰ ਸਿਰ ਉਠਾ ਰਹੀਆਂ ਨੇ। ਮਨੁੱਖੀ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ, ਮਨੁੱਖੀ ਸਮਾਜ 'ਚ ਵੰਡੀਆਂ ਪਾਈਆਂ ਜਾ ਰਹੀਆਂ ਨੇ। ਕਦੀ ਆਪਾਂ ਇਹ ਸੁਣਦੇ ਸਾਂ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਇਹੀ ਵਿਤਕਰੇ ਸਨ ਨਾ ਕਦੀ। ਤੇ ਉਹਨਾਂ ਦਾ ਰੂਪ ਬਦਲ ਗਿਆ ਹੁਣ, ਭਾਵਨਾ ਉਹੀ ਹੈ, ਇਹ ਓਸੀ ਹੈ, ਇਹ BBC BOC ਹੈ, ਜਾਂ ਇਹੋ ਜਿਹੇ ਸ਼ਡਿਊਲ ਕਾਸਟ ਹੈ। ਇਹ ਫਿਰ ਵੰਡ ਵਿਤਕਰੇ ਜੇ ਸਮਾਜ ਵਿੱਚ ਉਦਾਂ ਹੀ ਖੜੇ ਕਰ ਦਿੱਤੇ ਗਏ। ਇਹ ਸਮਾਜ ਵੰਡ ਕੇ ਸਮਾਜ ਦੇ ਕੋਲੋਂ ਆਪਣੇ ਸਵਾਰਥ ਪੂਰੇ ਕਰਨ ਦੇ ਇੱਕ ਤਰੀਕੇ ਨੇ। ਗੁਰਸਿੱਖ ਨੇ, ਗੁਰਬਾਣੀ ਪੜ੍ਹਨ ਵਾਲੇ ਨੇ, ਭਗਤ ਜਨਾਂ ਦੀ ਸੋਚ ਅਨੁਸਾਰ ਮਨੁੱਖੀ ਬਰਾਬਰਤਾ ਦੇ ਵਿੱਚ ਨੇ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੋ ਗੁਪਜਿਆ, ਕੌਣ ਭਲੇ ਕੋ ਬੰਦੇ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਕਿਸੇ ਪਿਓ ਦੀ ਜਾਇਦਾਦ ਨਹੀਂ ਹੈ ਕਿ ਕੋਈ ਇੱਕ ਹੀ ਬੰਦਾ ਉਹਨੂੰ ਚੇਤੇ ਕਰੇਗਾ। ਆਪਨ ਬਾਪੇ ਨਾ ਹੀ ਕਿਸੇ ਕੋ, ਕਿਸੇ ਪਿਓ ਦਾ ਨਹੀਂ ਹੈ। ਭਾਵਨ ਕੋ ਹਰ ਰਾਜਾ, ਇਹ ਨਹੀਂ ਕਿ ਮੈਂ ਬ੍ਰਾਹਮਣ ਦੇ ਘਰ ਜਨਮਿਆ ਤੇ ਰੱਬ ਮੇਰਾ ਹੀ ਹੈ। ਇਹ ਨਹੀਂ ਹੈ ਕਿ ਮੈਂ ਸਿੱਖ ਦੇ ਘਰ ਜਨਮਿਆ ਤੇ ਗੁਰੂ ਮੇਰਾ ਹੀ ਹੈ। ਗੁਰੂ ਸਮੁੱਚੀ ਮਾਨਵਤਾ ਦਾ ਹੈ, ਪਰਮਾਤਮਾ ਸਮੁੱਚੀ ਮਾਨਵਤਾ ਦਾ ਹੈ। ਇਸ ਕਰਕੇ ਭਾਵਨ ਕੋ ਹਰ ਰਾਜਾ, ਪਰਮਾਤਮਾ ਇਸ ਕਰਕੇ ਨਹੀਂ ਮਿਲਣਾ ਕਿ ਮੈਂ ਧਰਮ ਸਥਾਨ ਤੇ ਬੈਠਾ ਤੇ ਮੈਨੂੰ ਹੀ ਮਿਲੇਗਾ। ਪਰਮਾਤਮਾ ਇਸ ਕਰਕੇ ਨਹੀਂ ਮਿਲਣਾ ਕਿ ਮੈਂ ਖਾਸ ਘਰ 'ਚ ਜੰਮਿਆ ਤੇ ਮੈਨੂੰ ਹੀ ਮਿਲੇਗਾ। ਪਰਮਾਤਮਾ ਤੇ ਮਿਲਣਾ ਹੈ ਕਿ ਤੁਹਾਡੇ ਕਰਮ ਕਿਹੋ ਜਿਹੇ ਨੇ, ਅਮਲ ਕਿਹੋ ਜਿਹੇ ਨੇ, ਤੁਹਾਡਾ ਪਰਮਾਤਮਾ ਪ੍ਰਤੀ ਪਿਆਰ ਕਿੰਨਾ ਹੈ। ਪਰਮਾਤਮਾ ਭਾਉ ਭਗਤ ਦਾ ਭੁੱਖਾ ਹੈ। ਗੁਰਬਾਣੀ ਨੇ ਪਰਮਾਤਮਾ ਦਾ ਰੂਪ ਦੱਸਿਆ, ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ। ਤੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਕੋਈ ਭੇਖ ਨਹੀਂ ਹੈ, ਕੋਈ ਖਾਸ ਕਰਮ ਨਹੀਂ ਹੈ। ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਵਨ ਕੋ ਹਰ ਰਾਜਾ, ਪਰਮਾਤਮਾ ਤੇ ਭਾਵ ਭਾਵਨੀ ਦਾ ਭੁੱਖਾ ਹੈ। ਭਾਵਨ ਦਾ ਅਰਥ ਹੈ ਸ਼ਰਧਾ, ਸ਼ਰਧਾ ਦਾ ਭੁੱਖ ਹੈ। ਉਹ ਭਾਵਨਾ ਕਿੱਥੋਂ ਪੈਦਾ ਹੁੰਦੀ ਹੈ? ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਗਤ ਜੀ ਕਹਿੰਦੇ ਉਹ ਭਾਵਨਾ ਦਾ ਭੁੱਖਾ ਹੈ, ਪ੍ਰਮਾਤਮਾ ਰਾਜਾ ਹੈ ਜਿਹੜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਸਾਰੀ ਦੁਨੀਆ ਤੇ ਮੋਹ ਪਟਲ ਹੁੰਦਾ ਹੈ, ਪਰਦਾ। ਮੋਹ ਦੇ ਪਰਦੇ 'ਚ ਹੀ ਢੱਕੀ ਪਈ ਹੈ। ਸਾਰਿਆਂ ਦੇ ਉੱਪਰ ਮੋਹ ਦਾ ਪਰਦਾ ਪਿਆ, ਵਿਆਪਿਆ ਹੋਇਆ ਹੈ। ਪਰ ਜਿਹੜੇ ਭਗਤ ਜਨ ਨੇ ਉਹਨਾਂ ਨੂੰ ਮੋਹ ਦਾ ਕੋਈ ਸੰਤਾਪ ਨਹੀਂ ਹੈ। ਭਗਤ ਜਨ ਵਾਹਿਗੁਰੂ ਜੀ ਦੇ ਪਿਆਰ 'ਚ ਭਿੱਜ ਗਏ ਨੇ, ਲਿਵਲੀਨ ਹੋ ਗਏ ਨੇ, ਉਹਨਾਂ ਨੂੰ ਮੋਹ ਦਾ ਕੋਈ ਦੁੱਖ ਨਹੀਂ ਹੈ। ਅਹਿ ਰਵਿਦਾਸ ਭਗਤ ਇੱਕ ਬਾਢੇ, ਅਬ ਇਹ ਕਾਸਿਓ ਕਹੀਆ। ਭਗਤ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਹਿਰਦੇ 'ਚ ਇੱਕ ਵਾਹਿਗੁਰੂ ਜੀ ਦੀ ਭਗਤੀ ਪੈਦਾ ਹੋ ਗਈ, ਵੱਧ ਗਈ। ਹੁਣ ਇਹ ਭਗਤੀ ਵਾਲੀ ਜਿਹੜੀ ਅਵਸਥਾ ਹੈ, ਇਹ ਆਪਾਂ ਇਹਦੇ ਬਾਰੇ ਕਿਸ ਨੂੰ ਕੀ ਕਹਿ ਸਕਦੇ ਹਾਂ, ਦੱਸ ਸਕਦੇ ਹਾਂ। ਜਾ ਕਾਰਨ ਹਮ ਤੁਮੇ ਆਰਾਧੇ, ਸੋ ਦੁਖ ਅਜ ਹੂੰ ਸਹੀਆ। ਵਾਹਿਗੁਰੂ ਜੀ ਜਿਸ ਕਾਰਨ ਕਰਕੇ ਅਸੀਂ ਤੁਹਾਨੂੰ ਆਰਾਧਿਆ, ਤੁਹਾਡੇ ਪਿਆਰ 'ਚ ਜੁੜੇ ਹਾਂ, ਉਹ ਕਾਰਨ ਕੀ ਸੀ? ਕਿ ਅਸੀਂ ਮੋਹ ਦੇ ਬੰਧਨਾਂ ਤੋਂ ਬਚ ਜਾਈਏ, ਅਸੀਂ ਦੁੱਖਾਂ ਤੋਂ ਮੁਕਤ ਹੋ ਜਾਈਏ। ਸੋ ਦੁੱਖ ਅਜ ਹੂੰ ਸਹੀ ਹੈ। ਇਹ ਵਾਹਿਗੁਰੂ ਜੀ ਹੁਣ ਵੀ ਸਾਨੂੰ ਉਹ ਦੁੱਖ ਸਹਿਣਾ ਪਏਗਾ। ਭਾਵ ਕਿ ਹੁਣ ਸਾਡੀ ਜ਼ਿੰਦਗੀ 'ਚ ਉਹ ਦੁੱਖ ਨਹੀਂ ਹੈ, ਇੱਕ ਕੁਐਸਚਨ ਮਾਰਕ ਹੈ। ਸੋ ਦੁੱਖ ਅਜੂ ਸਹੀ ਹੈ।
ਹੁਣ ਉਹ ਦੁੱਖ ਅਸੀਂ ਨਹੀਂ ਸਹਿੰਦੇ। ਭਾਵ ਸਾਡੇ ਅੰਦਰੋਂ ਮੋਹ ਦੇ ਦੁੱਖ ਮਿਟ ਗਏ, ਮੋਹ ਪਿਆਰ ਬਣ ਗਿਆ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ। ਦੇਖੋ ਰੋਜ਼ ਕਿਹਾ ਜਾਂਦਾ ਬਾਣੀ ਪੜੋ, ਸਤ ਸੰਗਤ ਚ ਆਓ, ਸਿਮਰਨ ਕਰੋ। ਦਾ ਅਰਥ ਕੀ ਹੈ? ਜਦੋਂ ਰੋਜ਼ ਤੁਸੀਂ ਸਿਮਰਨ ਕਰੋਗੇ, ਰੋਜ਼ ਤੁਸੀਂ ਵਾਹਿਗੁਰੂ ਜੀ ਨੂੰ ਚੇਤੇ ਕਰੋਗੇ, ਬਾਣੀ ਪੜੋਗੇ, ਨਿਤਨੇਮ ਕਰੋਗੇ, ਸਤ ਸੰਗਤ ਕਰੋਗੇ, ਰੋਜ਼ ਕਰਦਿਆਂ ਕਰਦਿਆਂ ਇਹ ਸਿਮਰਨ ਬਣ ਜਾਏਗਾ। ਸਿਮਰਨ ਬਣ ਜਾਏਗਾ। ਸਿਮਰਨ ਅੰਦਰ ਹੈ, ਜਿਹਨੂੰ ਆਪਾਂ ਕਹਿੰਦੇ ਯਾਦਾਸ਼ਤ ਵਿੱਚ ਵਸ ਜਾਏਗਾ। ਇਹ ਯਾਦ ਹੀ ਫਿਰ ਲਿਵ ਬਣ ਜਾਂਦੀ ਹੈ। ਭਗਤ ਜੀ ਕਹਿੰਦੇ ਕਿ ਵਾਹਿਗੁਰੂ ਜੀ ਨੂੰ ਚੇਤੇ ਕਰਦਿਆਂ ਕਰਦਿਆਂ ਸਾਡੇ ਅੰਦਰ ਵਾਹਿਗੁਰੂ ਜੀ ਦੀ ਲਿਵ ਪੈਦਾ ਹੋ ਗਈ, ਪਿਆਰ ਪੈਦਾ ਹੋ ਗਿਆ, ਤੇ ਹੁਣ ਸਾਨੂੰ ਮੋਹ ਦਾ ਦੁੱਖ ਜਿਹੜਾ ਸਹਿਣਾ ਨਹੀਂ ਪਏਗਾ। ਔਰ ਇਸ ਮੋਹ ਦੇ ਦੁੱਖ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਸਤ ਸੰਗਤ ਨਾਲ ਪਿਆਰ ਕਰੀਏ, ਗੁਰੂ ਕੀ ਬਾਣੀ ਰੋਜ਼ ਪੜ੍ਹਿਆ ਕਰੀਏ, ਉਸ ਵਾਹਿਗੁਰੂ ਜੀ ਦੇ ਪਿਆਰ 'ਚ ਰੋਜ਼ ਜੁੜਿਆ ਕਰੀਏ। ਜਿੱਥੇ ਭਗਤ ਜੀ ਦਾ ਇਹ ਪਵਿੱਤਰ ਮੁਖ ਵਾਕ ਆਪ ਜੀ ਨੇ ਸਰਵਣ ਕੀਤਾ, ਜੋ ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਸੀ, ਜਿਹਦੇ ਰਾਹੀਂ ਸਾਨੂੰ ਸੁਨੇਹਾ ਦਿੱਤਾ ਹੈ ਕਿ ਪ੍ਰਮਾਤਮਾ ਕੇਵਲ ਪਿਆਰ ਦਾ ਭੁੱਖ ਹੈ। ਮੋਹ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਤਰੀਕਾ ਹੈ ਪ੍ਰਮਾਤਮਾ ਨੂੰ ਚੇਤੇ ਕਰੋ, ਉਹਦੇ ਪਿਆਰ ਜੁੜ ਜਾਓ। ਜਦੋਂ ਤੁਸੀਂ ਉਹਦੇ ਪਿਆਰ ਜੁੜ ਕੇ, ਪ੍ਰਮਾਤਮਾ ਤੁਹਾਡਾ ਹੀ ਹੈ, ਉਹ ਕਿਸੇ ਦੀ ਮਲਕੀਅਤ ਨਹੀਂ ਹੈ, ਕੋਈ ਦੁੱਖ ਨਹੀਂ ਜ਼ਿੰਦਗੀ 'ਚ ਰਹੇਗਾ। ਰੋਜ਼ ਲੜੀਵਾਰ ਗੁਰ ਸ਼ਬਦ ਜੋ ਆਪ ਜੀ ਸਰਵਣ ਕਰਦੇ ਹੋ, ਉਸ ਦੀ ਵਿਚਾਰ ਵੀ ਸਾਂਝੀ ਕਰਨੀ ਹੈ। ਪਿਆਰ ਦੇ ਨਾਲ ਸਰਵਣ ਕਰੋ ਜੀ। ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਬਿਲਾਵਲ ਰਾਗ ਦਾ ਇਹ ਪਵਿੱਤਰ ਸ਼ਬਦ ਬਾਬਾ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 857 ਤੇ ਸਬਾਈਮਾਨ ਹੈ। ਭਗਤ ਜੀ ਕਹਿੰਦੇ ਹੈ ਜਗਦੀਸ਼ ਗੁਸਾਈ। ਜਗਦੀਸ਼ ਦਾ ਅਰਥ ਹੈ ਜਗਤ ਦੇ ਈਸ਼ਵਰ। ਗੁਸਾਈ ਗੁਰੂ ਮੈਣਾ ਪ੍ਰਿਥਵੀ, ਸਾਈ ਮੈਣਾ ਮਾਲਕ ਹੈ। ਪ੍ਰਿਥਵੀ ਦੇ ਮਾਲਕ ਵਾਹਿਗੁਰੂ, ਆ ਜਿਹੜੀ ਮਾਇਆ ਹੈ ਨਾ, ਇਹਨੇ ਸਾਨੂੰ ਤੁਹਾਡੇ ਚਰਨਾਂ ਨਾਲੋਂ ਤੋੜ ਦਿੱਤਾ ਹੈ। ਬੜੀ ਪ੍ਰਬਲ ਹੈ ਮਾਇਆ। ਕਿੰਨੀ ਪ੍ਰਬਲ ਹੈ? ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਮਾਇਆ ਮਾੜੀ ਨਹੀਂ ਹੈ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ। ਜਿਵੇਂ ਪਾਣੀ ਤੋਂ ਬਿਨਾਂ ਬੇੜੀ ਨਹੀਂ ਚੱਲ ਸਕਦੀ, ਪਾਣੀ ਤੋਂ ਬਿਨਾਂ ਬੇੜੀ ਨਹੀਂ ਤਰੇਗੀ। ਪਰ ਪਾਣੀ ਬੇੜੀ 'ਚ ਨਹੀਂ ਪੈਣਾ ਚਾਹੀਦਾ, ਬੇੜੀ ਫਿਰ ਵੀ ਨਹੀਂ ਤਰੇਗੀ ਜੇ ਬੇੜੀ ਦੇ ਵਿੱਚ ਪਾਣੀ ਪੈ ਗਿਆ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਮਾਇਆ ਬਣਾਈ ਪ੍ਰਮਾਤਮਾ ਨੇ ਮਨੁੱਖ ਦੇ ਲਈ ਹੈ, ਪਰ ਮਨੁੱਖ ਦੀ ਸੁਰਤ ਜੀ ਮਾਇਆ 'ਚ ਖਤਚ ਹੋ ਗਈ। ਮਾਇਆ ਦੀ ਚਮਕ ਦਮਕ ਵਿੱਚ ਪੈ ਕੇ ਮਨੁੱਖ ਪ੍ਰਮਾਤਮਾ ਨਾਲੋਂ ਟੁੱਟ ਗਿਆ। ਇਹ ਵਾਹਿਗੁਰੂ, ਇਸ ਮਾਇਆ ਦੀ ਮਮਤਾ ਨੇ ਸਾਨੂੰ ਤੁਹਾਡੇ ਚਰਨਾਂ ਤੋਂ ਤੋੜ ਦਿੱਤਾ, ਤੁਹਾਡਾ ਪਿਆਰ ਵਿਸਾਰ ਦਿੱਤਾ ਸਾਡੇ ਹਿਰਦੇ ਵਿੱਚੋਂ। ਕਿੰਚਤ ਪ੍ਰੀਤ ਨ ਉਪਜੈ ਜਨ ਕੋ, ਜਨ ਕਹਾ ਕਰਹਿ ਵਿਚਾਰੇ। ਮਹਾਰਾਜ, ਲੋਕੀ ਵਿਚਾਰੇ ਕਰਨ ਕੀ? ਮਾਇਆ 'ਚ ਜੁੜ ਕੇ ਤੇ ਇੱਕ ਰਤੀ ਜਿੰਨਾ ਪਿਆਰ ਤੁਹਾਡੇ ਪ੍ਰਤੀ ਨਹੀਂ ਹੈ। ਮਾਇਆ 'ਚ ਇੰਨਾ ਬੰਦਾ ਮੋਹਿਆ ਜਾਂਦਾ ਹੈ। ਧਰਮ ਪਰਮਾਤਮਾ ਦੇ ਪਿਆਰ 'ਚ ਜੁੜਨ ਦੇ ਲਈ ਸੀ। ਧਰਮ ਜਾਂ ਧਰਮ ਸਥਾਨ ਨਿਰੋਲ ਪਰਮਾਤਮਾ ਦੇ ਪਿਆਰ ਜੁੜਨ ਲਈ ਸੀ। ਪਰ ਮਨੁੱਖ ਨੇ ਧਰਮ ਨੂੰ ਵੀ ਮਾਇਆ ਲਈ ਵਰਤਣਾ ਸ਼ੁਰੂ ਕਰਤਾ। ਕਹਿੰਦੇ ਨੇ ਆਪਾਂ ਇੰਨੇ ਪਾਠ ਕਰੋ, ਆਹ ਕਾਰਜ ਰਾਸ ਹੋ ਜਾਏਗਾ, ਆਹ ਕੁਝ ਮਿਲ ਜਾਏਗਾ, ਉਹ ਸਫਲਤਾ ਮਿਲ ਜਾਏਗੀ। ਮੁਬਾਰਕ ਹੈ ਪਾਠ ਕਰਨਾ, ਪਰ ਕੇਵਲ ਕਾਰਜਾਂ ਲਈ ਕਿਉਂ? ਪਾਠ ਤੇ ਕਰਨੇ ਸੀ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ। ਵਾਹਿਗੁਰੂ ਜੀ ਨੂੰ ਮਿਲ ਗਏ ਤੇ ਕਾਰਜ ਸਾਡੇ ਕੋਲ ਰੁਕ ਜਾਣਗੇ, ਫਿਰ ਤੇ ਸਾਰੇ ਕਾਰਜ ਆਪੇ ਰਾਸ ਹੋ ਜਾਣਗੇ। ਜਦੋਂ ਵਾਹਿਗੁਰੂ ਜੀ ਮਿਲ ਗਏ, ਮਾਇਆ ਤੇ ਮਗਰ ਮਗਰ ਤੁਰੀ ਫਿਰੇਗੀ, ਫਿਰ ਤੇ ਰਿਧੀਆਂ ਸਿੱਧੀਆਂ ਮਨੁੱਖ ਦੇ ਮਗਰ ਮਗਰ ਫਿਰਨਗੀਆਂ। ਇਸ ਕਰਕੇ ਆਪਾਂ ਧਰਮ 'ਚ ਵੀ ਕੇਵਲ ਗਿਣਤੀ ਮਿਣਤੀ ਤੱਕ ਸੀਮਤ ਹੋ ਗਏ ਹੈਗੇ। ਆਪਾਂ ਇਹ ਗਾਥਾ ਤੇ ਪੜ੍ਹਦੇ ਕਿ ਬਾਬਾ ਨਾਨਕ ਜੀ ਤਖੜੀ ਤੋਲਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਸਨ, ਤੇਰਾ ਤੇਰਾ ਕਰਦੇ ਸਨ। ਅਸੀਂ ਤੇ ਪਾਠ ਕਰਦਿਆਂ ਵੀ ਤਕੜੀ ਤੋਲੀ ਚਲੀ ਜਾਂਦੇ, ਗਿਣਤੀ ਮਿਣਤੀ ਕਰੀ ਚਲੇ ਜਾਂਦੇ। ਇੰਨੇ ਕਰਾਂਗੇ, ਇਹ ਦੇ ਦਿਓ, ਆਹ ਦਿਓਗੇ, ਆਹ ਕਰ ਦਿਆਂਗੇ ਆਪਾਂ। ਇਹ ਗਿਣਤੀ ਮਿਣਤੀ। ਇਹ ਗਿਣਤੀ ਗਿਣਤੀ ਤਾਂ ਦੁਨੀਆ ਦਾ ਧਨ ਗਿਣ ਲਈ ਸੀ, ਰੱਬ ਦੇ ਨਾਮ ਨੂੰ ਗਿਣ ਲਈ ਨਹੀਂ ਸੀ। ਰੱਬ ਨੇ ਕਦੀ ਤੁਹਾਨੂੰ ਦਾਤਾਂ ਦੇਣ ਲੱਗਿਆਂ ਕੋਈ ਗਿਣਤੀ ਕੀਤੀ ਹੈ? ਰੱਬ ਨੇ ਬਖਸ਼ਿਸ਼ ਕਰਨ ਲੱਗਿਆ ਕਿੰਨੇ ਸਵਾਸ ਦਿੱਤੇ ਨੇ, ਕੀ ਦਿੱਤਾ, ਅੱਜ ਤੱਕ ਗਿਣਤੀ ਕੀਤੀ ਹੈ? ਨਹੀਂ ਕੀਤੀ। ਅਸੰਖ ਹੈ ਸਭ ਕੁਝ, ਬੇਅੰਤ ਹੈ। ਪਰਮਾਤਮਾ ਬੇਅੰਤ ਹੈ, ਪਰਮਾਤਮਾ ਦੀਆਂ ਦਾਤਾਂ ਬੇਅੰਤ ਨੇ। ਉਸ ਬੇਅੰਤ ਦੇ ਨਾਲ ਗਿਣਤੀ ਮਿਣਤੀ ਨਹੀਂ ਚੱਲਣੀ, ਉੱਥੇ ਤੇ ਪਿਆਰ ਚੱਲਣਾ। ਪਿਆਰ 'ਚ ਤੁਸੀਂ ਥੋੜਾ ਵੀ ਕਰ ਲਓਗੇ ਉਹ ਪ੍ਰਵਾਨ ਹੋ ਜਾਏਗਾ, ਗਿਣਤੀਆਂ 'ਚ ਬਹੁਤਾ ਵੀ ਕਰ ਲਓ ਉਹ ਲੇਖੇ ਨਹੀਂ ਲੱਗੇਗਾ। ਇਸ ਕਰਕੇ ਨਿਰੋਲ ਪਿਆਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵਾਹਿਗੁਰੂ, ਇਹ ਤੇ ਮਾਇਆ ਸਾਨੂੰ ਰਤਾ ਜਿੰਨਾ ਵੀ ਪਿਆਰ ਨਹੀਂ ਪੈਦਾ ਹੋਣ ਦੀ। ਜਿੱਥੇ ਜਾਂਦੇ ਪਾਠ ਕਰ ਦਿੱਤਾ ਵੀ ਮਾਇਆ ਸਾਡੇ ਅੰਦਰ ਬੈਠ ਜਾਂਦੀ। ਇਹ ਵਿਚਾਰੇ ਜੀਵ ਕਰਨ ਕੀ? ਮਾਇਆ ਇੰਨੀ ਪ੍ਰਬਲ ਹੈ, ਤੁਹਾਡੇ ਨਾਲੋਂ ਤੋੜ ਦਿੱਤਾ ਸਾਨੂੰ। ਰਹਾਉ ਵਿਸਰਾਮ ਤੋਂ ਬਾਅਦ ਫਿਰ ਭਗਤ ਜੀ ਕਹਿੰਦੇ ਨੇ, ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਜੇ ਸਾਡਾ ਮਨ ਕੇਵਲ ਮਾਇਆ 'ਚ ਹੀ ਜੁੜਿਆ, ਮਾਇਆ ਮਾੜੀ ਨਹੀਂ ਹੈ, ਪਰ ਜੇ ਕੇਵਲ ਮਾਇਆ 'ਚ ਜੁੜਿਆ ਤੇ ਇਹ ਸਰੀਰ ਤਰਕਾਰਯੋਗ ਹੈ। ਤ੍ਰਿਗ ਧਨ, ਉਹ ਧਨ ਵੀ ਤਰਕਾਰਯੋਗ ਹੈ, ਉਹ ਮਤ ਵੀ ਤਰਕਾਰਯੋਗ ਹੈ।
ਜਿਹੜੀ ਮਾਇਆ 'ਚ ਬਹਿ ਕੇ ਤੇ ਇੱਕ ਲੋਕਾਂ ਲਈ ਫਾਹੀਆਂ ਪੈਦਾ ਕਰਦੀ ਹੈ, ਲੋਕਾਂ ਲਈ ਫਾਹੀਆਂ। ਮਾਇਆ ਦੇ ਵਿੱਚ ਪੈ ਕੇ ਮੇਰੇ ਮਨ 'ਚ ਖਿਆਲ ਆ ਜਾਏ ਕਿ ਮੈਂ ਇਹੋ ਜਿਹਾ ਲਿਬਾਸ ਬਣਾਵਾਂ, ਦੁਨੀਆ ਮੇਰੇ ਤੇ ਖੁਸ਼ ਹੋ ਕੇ ਮੈਨੂੰ ਬਹੁਤੇ ਪੈਸੇ ਦੇ, ਇਹ ਫਾਹੀ ਬਣਾਉਣੀ। ਫਾਹੀ ਸੁਰਤ ਮਲੂਕੀ ਵੇਸ, ਬਾਹਰੋਂ ਵੇਸ ਮਲੂਕਾਂ ਵਾਲਾ ਪਰ ਅੰਦਰ ਫਾਈ ਕੇ ਲੋਕੀ ਫਸਣ ਕਿਵੇਂ, ਲੋਕਾਂ ਨੂੰ ਲੁੱਟਣਾ ਕਿਵੇਂ ਹੈ, ਲੋਕਾਂ ਨੂੰ ਠੱਗਣਾ ਕਿਵੇਂ ਹੈ, ਲੋਕਾਂ ਦੇ ਉੱਪਰ ਜ਼ੋਰ ਜ਼ੁਲਮ ਕਿਵੇਂ ਕਰਨਾ। ਭਗਤ ਜੀ ਕਹਿੰਦੇ ਇਹੋ ਜਿਹੀ ਮੱਤ ਨੂੰ, ਇਹੋ ਜਿਹੇ ਧਨ ਨੂੰ, ਇਹੋ ਜਿਹੇ ਤਨ ਨੂੰ ਤ੍ਰਿਕਾਰ ਹੈ, ਲਾਹਨਤ ਹੈ ਜਿਹੜਾ ਲੋਕਾਂ ਦੇ ਲਈ ਫਾਈਆਂ ਹੀ ਪੈਦਾ ਕਰਦਾ ਹੈ। ਮੱਤ ਬੁੱਧ ਫੰਨੀ ਦਾ ਅਰਥ ਹੈ ਫੰਦੀ ਦਾ, ਫੰਨੀ ਦਾ ਅਰਥ ਹੈ ਫੰਦੀ, ਫਾਈ। ਜਿਸ ਮੱਤ ਨੇ ਫਾਈ ਬਣਾ ਲਈ ਹੈ ਕਿ ਲੋਕਾਂ ਨੂੰ ਲੁੱਟਣਾ ਕਿਵੇਂ ਹੈ, ਠੱਗਣਾ ਕਿਵੇਂ ਹੈ, ਚਲਾਕੀਆਂ ਕਿਵੇਂ ਕਰਨੀਆਂ, ਇਹੋ ਜਿਹੀ ਮੱਤ ਨੂੰ ਤਿਰਕਾਰ ਹੈ, ਲਾਹਨਤ ਇਹੋ ਜਿਹੀ ਮੱਤ ਨੂੰ। ਇਸ ਮਾਇਆ ਕੋ ਦ੍ਰਿੜ ਕਰ ਰਾਖੋ, ਬਾਂਦੇ ਆਪ ਬਚਨੀ। ਇਹ ਵਾਹਿਗੁਰੂ ਜੀ ਕਿਰਪਾ ਕਰਕੇ ਇਸ ਮਾਇਆ ਨੂੰ ਤੁਸੀਂ ਬੰਨ੍ਹ ਕੇ ਰੱਖੋ ਆਪਣੇ ਕੋਲ, ਸਾਨੂੰ ਆਪਣੇ ਬਚਨਾਂ ਨਾਲ ਜੋੜ ਲਓ, ਆਪਣੇ ਪਿਆਰ 'ਚ ਜੋੜ ਲਓ ਜੀ। ਕਿਆ ਖੇਤੀ ਕਿਆ ਲੇਵਾ ਦੇਈ, ਪਰਪੰਚ ਝੂਠ ਗੁਮਾਨਾ। ਜ਼ਿੰਦਗੀ ਦੇ ਵਿੱਚ ਗੁਜ਼ਰਾਨ ਲਈ ਜ਼ਰੂਰੀ ਹੈ ਕਿ ਬੰਦਾ ਕਿਰਤ ਕਰੇ। ਕਿਰਤ ਦੇ ਲਈ ਕੋਈ ਖੇਤੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਹੋਰ ਕਰਮ ਜਿਹੜੇ ਵੀ ਕਰਦਾ ਹੈ ਉਹ ਜ਼ਰੂਰੀ ਹੈ। ਕਿਰਤ ਬਹੁਤ ਜ਼ਰੂਰੀ ਹੈ। ਕਿਰਤ ਜਿਹੜੀ ਹੈ ਉਹ ਪੈਸਾ ਕਮਾਉਣ ਲਈ ਨਹੀਂ ਹੈ, ਕਿਰਤ ਪੈਸਾ ਕਮਾਉਣ ਲਈ ਨਹੀਂ ਹੈ। ਭਗਤ ਰਵਿਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋ ਕਰਮੇ ਨਾਸ। ਬੜਾ ਭਾਵਪੂਰਤ ਬਚਨ ਹੈ। ਫੁੱਲ ਲੱਗਦੇ ਨੇ ਇਸ ਲਈ ਕਿ ਫਲ ਲੱਗੇ, ਜਦੋਂ ਫਲ ਲੱਗਦਾ ਹੈ ਫੁੱਲ ਝੜ ਜਾਂਦੇ ਨੇ। ਅਸੀਂ ਕੋਈ ਵੀ ਕੰਮ ਕਰਦੇ, ਕਰਮਾਂ ਦਾ ਇੱਥੇ ਧਾਰਮਿਕ ਕਰਮ ਨਹੀਂ, ਕੋਈ ਵੀ ਕੰਮ ਅਸੀਂ ਖੇਤੀ ਕਰਦੇ ਹਾਂ, ਵਪਾਰ ਕਰਦੇ ਹਾਂ, ਇਹ ਤਾਂ ਅਸੀਂ ਜ਼ਿੰਦਗੀ 'ਚ ਗਿਆਨ ਪ੍ਰਾਪਤ ਕਰਨ ਦੇ ਲਈ, ਜ਼ਿੰਦਗੀ 'ਚ ਅੱਗੇ ਵਧਣ ਦੇ ਲਈ। ਕਹਿਣ ਲੱਗੇ ਗਿਆਨੀ ਕਾਰਨ ਕਰਮ ਅਭਿਆਸ, ਜੋ ਵੀ ਕਰਮ ਅਸੀਂ ਕਰਦੇ ਹਾਂ ਇਹ ਗਿਆਨ ਪ੍ਰਾਪਤ ਕਰਨ ਦੇ ਲਈ ਹੈ। ਦੇਖੋ ਕੋਈ ਵੀ ਕੰਮ ਜਦੋਂ ਤੁਸੀਂ ਇਮਾਨਦਾਰੀ ਨਾਲ ਕਰੋਗੇ ਤੁਹਾਡੇ ਅੰਦਰ ਇਨਸਾਨੀਅਤ ਪੈਦਾ ਕਰੇਗਾ, ਤੁਹਾਡੇ ਅੰਦਰ ਕੋਈ ਗਿਆਨ ਪੈਦਾ ਕਰੇਗਾ। ਜੇ ਤੁਸੀਂ ਗਿਆਨ ਲੈਣਾ ਤੇ ਕੰਮ 'ਚੋਂ ਵੀ ਲੈ ਸਕਦੇ। ਦੇਖੋ ਨਾ ਬਾਬਾ ਰਵਿਦਾਸ ਸਾਹਿਬ ਜੀ ਜੁੱਤੀਆਂ ਗਣਦਿਆਂ ਵੀ ਗਿਆਨ ਪ੍ਰਾਪਤ ਕਰੀ ਗਏ ਨੇ। ਉਹਨਾਂ ਨੇ ਜੁੱਤੀਆਂ ਗਣਨ ਨੂੰ ਵੀ ਭਗਤੀ ਗਿਣ ਲਿਆ। ਜਿਹਨੇ ਭਗਤੀ ਕਰਨੀ ਉਹ ਕੰਮ ਨੂੰ ਵੀ ਭਗਤੀ ਗਿਣ ਲੈਂਦਾ ਹੈ। ਗਿਆਨੀ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋਂ ਕਰਮੇ ਨਾਸ। ਜਦੋਂ ਗਿਆਨ ਹੋ ਜਾਂਦਾ ਫਿਰ ਮਨੁੱਖ ਦਾ ਕਰਮ ਨਾਲ ਹੰਕਾਰ ਨਹੀਂ ਰਹਿੰਦਾ ਕਿ ਮੈਂ ਆਹ ਕੰਮ ਕਰਦਾ, ਉਹਦੇ 'ਚ ਹੀਣ ਭਾਵਨਾ ਰਹਿੰਦੀ ਕਿ ਮੇਰਾ ਕੰਮ ਨਹੀਂ, ਮੈਂ ਇਹ ਨਹੀਂ ਰਹਿੰਦੀ। ਉਹ ਕੰਮ ਦੇ ਅਸਰ ਤੋਂ ਉੱਚਾ ਉੱਠ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਜੀ, ਕਿ ਦੇਖੋ ਖੇਤੀ ਕਰਨੀ ਹੋਰ ਸਭ ਕੁਝ ਕਰਨਾ ਜ਼ਰੂਰੀ ਹੈ, ਪਰ ਜੇ ਬੰਦੇ ਨੇ ਸਭ ਕੁਝ ਪੈਸੇ ਲਈ ਕੀਤਾ ਤੇ ਫਿਰ ਖੇਤੀ ਜਾਂ ਹੋਰ ਕੰਮ ਜਿਹੜੇ ਨੇ ਇਹ ਕਿਸ ਅਰਥ ਰਹਿ ਜਾਂਦੇ ਨੇ। ਦੁਬਾਰਾ ਪੜਿਓ। ਕਿਆ ਖੇਤੀ ਕਿਆ ਲੇਵਾ ਦੇਈ, ਪਰਪੰਚ ਝੂਠ ਗੁਮਾਨਾ। ਜੇ ਆਪਾਂ ਇਹਨਾਂ ਚੀਜ਼ਾਂ 'ਚ ਪੈ ਕੇ ਪਰਪੰਚ ਕਰਨੇ ਨੇ, ਝੂਠ ਹੀ ਬੋਲਣਾ ਹੈ, ਔਰ ਇਹਨਾਂ ਚੀਜ਼ਾਂ ਤੋਂ ਕਮਾਏ ਹੋਏ ਧਨ ਦੇ ਨਾਲ ਜਾਂ ਕੰਮ ਦਾ ਹੰਕਾਰ ਹੀ ਕਰਨਾ ਹੈ, ਇਹਦਾ ਅਰਥ ਹੀ ਕੀ ਰਹਿ ਜਾਂਦਾ ਹੈ। ਇਹ ਸਭ ਕੁਝ ਦਾ ਅਰਥੀ ਗੁਜ਼ਰਾਨ ਹੁੰਦੇ ਆ। ਆਪਾਂ ਜ਼ਿੰਦਗੀ 'ਚ ਆਪਣੇ ਤੇ ਸਮਾਜ ਦੇ ਵਿਕਾਸ ਲਈ ਯਤਨਸ਼ੀਲ ਹੋਈਏ, ਪਰ ਜੇ ਆਪਾਂ ਇਹ ਕੁਝ ਕਰਦੇ ਹਾਂ ਧਨ ਦੌਲਤ ਇਕੱਠਾ ਕਰਕੇ ਹੰਕਾਰ ਕਰਨਾ ਤੇ ਭਗਤ ਜੀ ਕਹਿੰਦੇ ਇਹਦਾ ਲਾਭ ਕੀ ਹੋਇਆ ਆਪਾਂ ਨੂੰ ਜ਼ਿੰਦਗੀ ਅੰਦਰ। ਕਹੇ ਕਬੀਰ ਤੇ ਅੰਤ ਬੇਗੂਤੇ, ਆਇਆ ਕਾਲ ਨਿਦਾਨਾ। ਕੋਈ ਵੀ ਪ੍ਰਾਣੀ ਜਿਹੜਾ ਦੁਨੀਆ ਦੀ ਕੋਈ ਵੀ ਕਿਰਤ ਕਰਦਾ ਕੇਵਲ ਧਨ ਤੱਕ ਸੀਮਤ ਹੋ ਗਿਆ, ਜਾਂ ਹੰਕਾਰ ਜਾਂ ਵਿਕਾਰਾਂ ਤੱਕ ਸੀਮਤ ਹੋ ਗਿਆ। ਕਹਿਣ ਲੱਗੇ ਨੇ ਕਿ ਇਹ ਕਹੇ ਕਬੀਰ ਤੇ ਅੰਤ ਵਿਗੁੱਤੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਖੀਰ ਵੇਲੇ ਅਜਿਹੇ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ, ਝੂਰਨਾ ਪੈਂਦਾ ਹੈ। ਅਜਿਹੇ ਲੋਕ ਜਿਹੜੇ ਨੇ ਵਿਗੋਚੇ ਰਹਿੰਦੇ ਨੇ ਜਦੋਂ ਆਇਆ ਕਾਲ ਨਿਦਾਨਾ। ਅਖੀਰ ਵੇਲੇ ਜਦੋਂ ਕਾਲ ਆ ਕੇ ਉਹਨਾਂ ਨੂੰ ਪਕੜ ਲੈਂਦਾ ਉਦੋਂ ਫਿਰ ਕੀ ਹੁੰਦਾ ਹੈ, ਹੱਥ ਮਰੋੜੇ ਤਨ ਕੱਪੇ ਸਿਆਹੂ ਹੋਵਾ ਸੇਤ। ਮਨੁੱਖ ਝੂਰਦਾ, ਦੁਖੀ ਹੁੰਦਾ, ਕਿਉਂਕਿ ਜਿਸ ਕੰਮ ਲਈ ਇੰਨਾ ਕੁਝ ਕੀਤਾ ਉਹ ਤੇ ਨਾਲ ਹੀ ਨਹੀਂ ਗਿਆ, ਨਾ ਧਨ ਨਾਲ ਗਿਆ, ਨਾ ਪਰਿਵਾਰ ਨਾਲ ਗਿਆ। ਭਗਤ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸਾਨੂੰ ਕਿਰਤ ਵਿਰਤ ਕਰਦੇ ਹਾਂ, ਮਾਇਆ ਤੋਂ ਮੋਹ ਤੋਂ ਉੱਚੇ ਉੱਠਣ ਦੀ ਜਿੱਥੇ ਪ੍ਰੇਰਨਾ ਕੀਤੀ ਹੈ। ਬਾਬਾ ਰਵਿਦਾਸ ਸਾਹਿਬ ਜੀ ਨੇ ਉੱਥੇ ਸਾਨੂੰ ਪਰਮਾਤਮਾ ਦੇ ਪਿਆਰ ਜੁੜ ਕੇ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਪ੍ਰਭੂ ਦੀ ਬੰਦਗੀ ਕਰਨ ਦੀ ਪ੍ਰੇਰਨਾ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ ਇਹ ਬਚਨ ਸਾਡੇ ਹਿਰਦੇ 'ਚ ਵਸਣ। ਅਸੀਂ ਭਗਤਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਜਿੱਥੇ ਆਤਮਿਕ ਆਨੰਦ ਮਾਣਨਾ ਉੱਥੇ ਮਨੁੱਖੀ ਬਰਾਬਰਤਾ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜੋ ਸੰਘਰਸ਼ ਕਰ ਰਹੇ ਲੋਕ ਇਸ ਵੇਲੇ ਮਨੁੱਖੀ ਅਧਿਕਾਰਾਂ ਦੇ ਲਈ, ਕਿਰਤੀ ਲੋਕ ਜਿਹੜੇ ਬੈਠੇ ਨੇ ਉਹਨਾਂ ਲਈ ਜੋ ਵੀ ਆਪਾਂ ਕਰ ਸਕਦੇ। ਸਿਆਣੇ ਕਹਿੰਦੇ ਨੇ ਹੋ ਸਕਦਾ ਸਾਥ ਦਿਓ, ਜੇ ਸਾਥ ਨਹੀਂ ਦੇ ਸਕਦੇ ਉਹਨਾਂ ਦੀ ਆਵਾਜ਼ ਉੱਚੀ ਉਠਾਓ। ਜੇ ਤੁਸੀਂ ਆਵਾਜ਼ ਨਹੀਂ ਉੱਠੀ ਸਕਦੇ ਉਹਨਾਂ ਲਈ ਹਾਂ ਦਾ ਨਾਰਾ ਮਾਰੋ, ਕੁਝ ਨਾ ਕੁਝ ਜ਼ਰੂਰ ਕਰੋ। ਜਿਹੜੇ ਕਿ ਕੇਵਲ ਕਿਰਤੀ ਲੋਕਾਂ ਦੇ ਲਈ ਏਡੇ ਵੱਡੇ ਸੰਘਰਸ਼ ਬੈਠੇ ਨੇ,
ਇਹ ਸਮੁੱਚੀ ਮਾਨਵਤਾ ਦੇ ਅਧਿਕਾਰਾਂ ਦੀ ਗੱਲ ਹੈ। ਇਹ ਸਮੁੱਚੀ ਮਾਨਵਤਾ ਦੀ ਆਰਥਿਕ ਆਜ਼ਾਦੀ ਦੀ ਇੱਕ ਲਹਿਰ ਹੈ, ਜਿਹਦੇ 'ਚ ਆਪਾਂ ਵੀ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਈਏ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਪੜ੍ਹ ਰਹੇ ਨੇ, ਇਹਦੇ ਨਾਲ ਹੀ ਸਮਾਪਤੀ ਹੋਵੇਗੀ ਜੀ। ਕਿਆ ਖੇਤੀ ਕਿਆ ਲੇਵਾ ਦੇਈ, ਪਰਪੰਚ ਝੂਠ ਗੁਮਾਨਾ। ਕਹੇ ਕਬੀਰ ਤੇ ਅੰਤ ਬੇਗੂਤੇ, ਆਇਆ ਕਾਲ ਨਿਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।